ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਮਾਜਿਕ ਵਿਸ਼ਿਆਂ ਨੂੰ ਲੈ ਕੇ ਅੱਜ ਅਸੀਂ ਇੱਕ ਅਜਿਹਾ ਵਿਸ਼ਾ ਛੋਹਣ ਜਾ ਰਹੇ ਹਾਂ ਜਿਸ ਦਾ ਸੰਬੰਧ ਸਿੱਧਾ ਸਾਡੇ ਦੇਸ਼ ਦੇ ਰਾਖਿਆਂ 'ਤੇ ਹੈ, ਸਾਡੇ ਦੇਸ਼ ਦੇ ਫੌਜੀਆਂ 'ਤੇ ਹੈ। ਅਤੇ ਉਸ ਸੰਬੰਧੀ ਖੋਜ ਕੀਤੀ ਹੈ। ਸਾਡੇ ਨਾਲ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਸੋਸ਼ੀਓਲੋਜੀ ਡਿਪਾਰਟਮੈਂਟ ਦੇ ਹੈੱਡ ਨੇ। ਇਹਨਾਂ ਨੇ ਕਾਰਗਿਲ ਵਾਰ ਵਿਡੋਜ਼ ਦੇ ਉੱਤੇ, ਕਾਰਗਿਲ ਦੇ ਜਿਹੜੇ ਸ਼ਹੀਦ ਜਿਹੜੇ ਹੋਏ ਸੀ ਸਾਡੇ ਫੌਜੀ, ਉਹਨਾਂ ਦੀਆਂ ਪਤਨੀਆਂ ਦੇ ਉੱਤੇ ਕੀ ਹਾਲਾਤ ਨੇ। ਅਸੀਂ ਅਕਸਰ ਦਾਅਵੇ ਕਰਦੇ ਹਾਂ ਕਿ ਸਾਡੇ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਇੱਕ ਅਕਸਰ ਸ਼ੇਰ ਵੀ ਬੋਲਿਆ ਕਰਦੇ ਹਾਂ ਕਿ ਸ਼ਹੀदों की चिताओं पे लगेंगे हर बरस मेले, वतन पे मिटने वालों का यही बाकी निशान होगा। ਲੇਕਿਨ ਕੀ ਨਿਸ਼ਾਨ ਵਾਕਈ ਹੀ ਇਸ ਤਰ੍ਹਾਂ ਦੇ ਆਪਾਂ ਨੂੰ ਹੋਣਗੇ ਜਿਨ੍ਹਾਂ ਨੂੰ ਅਸੀਂ ਸਲਾਮ ਕਰ ਸਕਦੇ ਹਾਂ? ਕਿ ਵਾਕਈ ਹੀ ਸ਼ਹੀਦਾਂ ਦੀਆਂ ਚਿਤਾਵਾਂ ਦੇ ਉੱਤੇ ਮੇਲੇ ਲੱਗ ਰਹੇ ਨੇ ਅੱਜ ਕੱਲ੍ਹ? ਕੀ ਹਾਲਾਤ ਨੇ? ਜਿਹੜੇ ਸ਼ਹੀਦ ਹੋ ਚੁੱਕੇ ਨੇ, ਸਾਡੇ ਸ਼ਹੀਦ ਜਿਹੜੇ ਨੌਜਵਾਨ ਜਿਹੜੇ ਨੇ ਆਪਣੀਆਂ ਜਾਨਾਂ ਵਾਰ ਚੁੱਕੇ ਨੇ ਦੇਸ਼ ਦੇ ਉੱਤੇ, ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੈ? ਇਸ ਸੰਬੰਧ ਵਿੱਚ ਬੜੇ ਲੰਮਾ ਖੋਜ ਕੀਤਾ ਹੈ। ਡਾਕਟਰ ਸਾਹਿਬ ਮੇਰੇ ਨਾਲ ਬੈਠੇ ਨੇ ਅਤੇ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਧਰਾਤਲ ਦੇ ਉੱਤੇ ਅਸਲੀਅਤ ਕੀ ਹੈ। ਕਿੱਦਾਂ ਜਿਹੜੀਆਂ ਕਾਰਗਿਲ ਦੀ ਸ਼ਹੀਦ ਵਿਧਵਾ ਨੇ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ, ਉਹਨਾਂ ਨਾਲ ਕੀ ਬੀਤੀ, ਉਹਨਾਂ ਦੇ ਸਾਥੀ ਜਿਹੜੇ ਤੁਰ ਗਏ ਸੀ, ਦੇਸ਼ ਤੋਂ ਆਪਣੀ ਜਾਨ ਵਾਰ ਗਏ ਸੀ, ਉਹਨਾਂ ਦੀਆਂ ਹਾਲਾਤ ਮੁੜ ਕੇ ਕਿਸ ਤਰ੍ਹਾਂ ਹੋਏ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ। ਸਰ, ਮੇਰਾ ਨਾਮ ਹੈ ਜੀ ਡਾਕਟਰ ਨਵ ਸ਼ਗਨਦੀਪ। ਹਾਂਜੀ, ਮੈਂ ਸੋਸ਼ੀਓਲੋਜੀ ਡਿਪਾਰਟਮੈਂਟ 'ਚ ਇੱਥੇ 2015 ਤੋਂ ਪੜ੍ਹਾ ਰਹੀ ਹਾਂ ਜੀ। ਠੀਕ ਹੈ, ਉਸ ਤੋਂ ਪਹਿਲਾਂ ਮੈਂ ਪੰਜਾਬੀ ਯੂਨੀਵਰਸਿਟੀ ਵੀ ਪੜ੍ਹਾਇਆ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਮੋਦੀ ਕਾਲਜ ਪਟਿਆਲਾ, ਇਹ ਸਾਰੀ ਜਗ੍ਹਾ 'ਤੇ ਮੈਂ ਆਪਣੀਆਂ ਸੇਵਾਵਾਂ ਨਿਭਾ ਚੁੱਕੀ ਹਾਂ। ਅਤੇ ਹੁਣ ਪਿਛਲੇ 2015 ਤੋਂ ਮੈਂ ਇੱਥੇ ਹੀ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ। ਤੁਸੀਂ PhD ਕੀਤੀ ਹੈ? ਹਾਂਜੀ ਸਰ, ਮੈਂ PhD ਕੀਤੀ ਹੈ ਜੀ। 2011 ਦੇ ਵਿੱਚ PhD ਸਟਾਰਟ ਕੀਤੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ MS ਰੰਧਾਵਾ ਦੇ ਨਾਲ। ਅਤੇ ਉਸ ਤੋਂ ਬਾਅਦ ਸਰ ਅਸੀਂ ਟੌਪਿਕ ਦੇ ਲਈ ਬੜਾ ਸੀ ਕਿ ਕਿਸ ਤਰ੍ਹਾਂ ਦਾ ਟੌਪਿਕ ਲਿਆ ਜਾਏ ਜਿਸ 'ਤੇ PhD ਕੀਤੀ ਜਾਏ। ਮੇਰੀ ਸਰ ਸ਼ੁਰੂ ਤੋਂ ਹੀ ਰੁਚੀ ਸੀ ਕਿ ਜਿਵੇਂ ਬਹੁਤ ਸਾਰਾ ਆਪਾਂ ਸੈਮੀਨਾਰਸ ਦੇ ਵਿੱਚ ਜਾਂ ਸੁਣਦੇ ਹਾਂ ਨਿਊਜ਼ਪੇਪਰਸ ਦੇ ਵਿੱਚ ਕਿ ਔਰਤ ਬਾਰੇ ਬੜੇ ਸੈਮੀਨਾਰ ਹੁੰਦੇ ਹੈ, ਬਟ ਮੈਨੂੰ ਇਹ ਸੀ ਕਿ ਅਸੀਂ ਕਿਤਾਬਾਂ ਵਿੱਚ ਕੁਛ ਹੋਰ ਪੜ੍ਹ ਰਹੇ ਹਾਂ ਅਤੇ ਗਰਾਊਂਡ ਰਿਐਲਿਟੀਜ਼ ਨੇ ਜਿਹੜੀਆਂ ਸਾਡੀਆਂ ਉਹ ਕੁਛ ਹੋਰ ਨੇ। ਇਸ ਲਈ ਮੈਂ ਉਹਨਾਂ ਚੀਜ਼ਾਂ ਨੂੰ ਘੋਖਣਾ ਚਾਹੁੰਦੀ ਸੀ। ਅਤੇ ਜਦੋਂ ਅਸੀਂ ਇਹਦੇ ਬਾਰੇ ਸੋਚਿਆ ਵੀ ਤਾਂ ਮੈਂ ਇਹ ਦੇਖਿਆ ਕਿ ਅਸੀਂ ਡੈਸਟੀਟਿਊਟ ਵਿਮਨ 'ਤੇ ਕੰਮ ਕਰੀਏ, ਜਿਹੜੀਆਂ ਮਤਲਬ ਕਿਸੇ ਵੀ ਹੱਕਾਂ ਤੋਂ ਵਾਂਝੀਆਂ ਨੇ, ਕਿਸੇ ਵੀ ਤਰ੍ਹਾਂ ਦੇ ਹੱਕ ਹੋਣ, ਚਾਹੇ ਉਹ ਸੈਪਰੇਟਡ ਹੋਏ, ਡਾਈਵੋਰਸੀ ਹੋਏ, ਠੀਕ ਹੈ, ਜਾਂ ਵਿਡੋਜ਼ ਹੋਣ। ਤਾਂ ਉਸ ਦੇ ਨਾਲ ਫਿਰ ਜਦੋਂ ਅਸੀਂ ਸ਼ਾਰਟਲਿਸਟ ਇਹਨੂੰ ਕੀਤਾ ਤਾਂ ਵਿਡੋਜ਼ 'ਤੇ ਆ ਕੇ ਅਸੀਂ ਸੋਚਿਆ ਕਿ ਵਿਡੋਜ਼ 'ਤੇ ਕੰਮ ਕੀਤਾ ਜਾ ਸਕਦਾ ਹੈ। ਫਿਰ ਵਿਡੋਜ਼ ਵੀ ਇਹ ਦੇਖਿਆ ਕਿ ਕਿੰਨੀਆਂ ਵਿਡੋਜ਼ ਹੋਈਆਂ ਨੇ ਇੰਡੀਆ ਦੇ ਵਿੱਚ, ਤਾਂ 62 ਸੀ, 65 ਦੇ ਵਿੱਚ ਵੀ ਜਿਹੜੀ ਹੈ ਵਾਰ ਹੋਈ ਹੈ। ਤਾਂ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਇਹ ਡਾਟਾ ਮਿਲੇਗਾ ਨਹੀਂ ਸਾਨੂੰ, ਕਿਉਂਕਿ ਅਸੀਂ ਫੀਲਡ ਦੇ ਵਿੱਚ ਜਾ ਕੇ ਕੰਮ ਕਰਨਾ ਸੀ ਅਤੇ ਗਰਾਊਂਡ ਰਿਐਲਿਟੀਜ਼ ਦੇਖਣੀਆਂ ਸੀ। ਬਟ ਉਸ ਟਾਈਮ ਫਿਰ ਸਾਨੂੰ ਲੱਗਿਆ ਕਿ 99 ਕਾਰਗਿਲ ਜਿਹੜੀ ਵਾਰ ਹੋਈ ਹੈ ਕਿ 99 ਦੇ ਵਿੱਚ ਰੀਸੈਂਟਲੀ ਇਹੀ ਹੋਈ ਹੈ ਜਿਸ ਦੀਆਂ ਸਾਰੀਆਂ ਵਿਡੋਜ਼ ਸਾਨੂੰ ਮਿਲ ਸਕਦੀਆਂ ਨੇ। ਇਹਦੇ 'ਚ ਟੋਟਲ ਕਿੰਨੀਆਂ ਵਿਡੋਜ਼ ਦੀ ਜਿਹੜੀਆਂ ਕਿ ਤੁਹਾਨੂੰ ਮਿਲੀਆਂ ਨੇ, ਅਤੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਰਕਾਰ ਨੇ ਕੀ ਕੁਛ ਉਹਨਾਂ ਲਈ ਅਨਾਊਂਸ ਕੀਤਾ ਸੀ, ਕੀ ਉਹ ਮਿਲਿਆ ਅਤੇ ਕਿੱਦਾਂ ਮਿਲਣ ਤੋਂ ਬਾਅਦ ਉਹਨਾਂ ਦੀ ਕੀ ਕੰਡੀਸ਼ਨ ਹੈ? ਸਰ, ਇਹ ਟੋਟਲ ਜਿਹੜੇ ਉੱਥੇ ਸ਼ਹੀਦ ਹੋਏ ਸੀ, ਪੰਜਾਬ ਦੇ ਜਿਹੜੇ ਸ਼ਹੀਦ ਸੀ, ਉਹ ਟੋਟਲ 52 ਸੀ ਜੀ। ਅਤੇ ਉਹਨਾਂ ਦੇ ਵਿੱਚੋਂ ਸਿਰਫ 30 ਸੀ ਜਿਹੜੇ ਉਹ ਵਿਆਹੇ ਹੋਏ ਸੀ, ਬਾਕੀ ਸਾਰੇ ਕੁਆਰੇ ਸੀ। ਕਿਉਂਕਿ ਜਿਵੇਂ ਟਾਈਗਰ ਹਿੱਲ 'ਤੇ ਬਹੁਤ ਹਾਈਟ ਕਾਰਨ ਇਹਨਾਂ ਨੇ ਬਹੁਤ ਜਿਹੜੇ ਜਵਾਨ ਮੁੰਡੇ ਸੀ ਉਹਨਾਂ ਨੂੰ ਭੇਜਿਆ ਸੀ, ਤਾਂ ਉਹਨਾਂ 'ਚੋਂ ਮਤਲਬ ਸਿਰਫ 30 ਵਿਆਹੇ ਹੋਏ ਸੀ ਅਤੇ ਬਾਕੀ ਸਾਰੇ ਅਨਮੈਰਿਡ ਸੀ। ਤਾਂ ਉਸ ਟਾਈਮ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਤਾਂ ਸਾਨੂੰ ਲਿਸਟ ਵੀ ਮਿਲ ਗਈ, ਪਰ ਲਿਸਟ ਮਿਲਣ ਤੋਂ ਬਾਅਦ ਵੀ ਸਾਨੂੰ ਕਾਫੀ ਦਿੱਕਤ ਆਈ ਕਿਉਂਕਿ ਗਵਰਨਮੈਂਟ ਨੇ, ਜਿਵੇਂ ਤੁਸੀਂ ਪੁੱਛ ਰਹੇ ਹੋ, ਤਾਂ ਉਸ 'ਚ ਗਵਰਨਮੈਂਟ ਨੇ ਇਹਨਾਂ ਨੂੰ ਕਾਫੀ ਪੈਸਾ ਦਿੱਤਾ। ਮਤਲਬ ਹਰ ਵਿਡੋ ਨੂੰ 40 ਤੋਂ 50 ਲੱਖ ਰੁਪਇਆ ਮਿਲਿਆ। ਇਸ ਤੋਂ ਇਲਾਵਾ ਗਵਰਨਮੈਂਟ ਨੇ ਇਹਨਾਂ ਲਈ ਅਨਾਊਂਸ ਕੀਤਾ ਸੀ ਉਸ ਟਾਈਮ ਮਤਲਬ ਇੱਕ ਪੈਟਰੋਲ ਪੰਪ ਲੈ ਸਕਦੇ ਆ ਉਹ, ਜਾਂ ਉਹ ਇੱਕ ਗੈਸ ਏਜੰਸੀ, ਜਾਂ ਗਵਰਨਮੈਂਟ ਜੋਬ ਲੈ ਸਕਦੇ ਆ। ਬਟ ਜਿਹੜੀਆਂ ਬਹੁਤੀਆਂ ਵਿਡੋਜ਼ ਸੀ ਉਹ ਜ਼ਿਆਦਾ ਪੜ੍ਹੀਆਂ ਲਿਖੀਆਂ ਨਹੀਂ ਸੀ ਹੈਗੀਆਂ, ਤਾਂ ਮੋਸਟਲੀ ਇਹਨਾਂ ਨੇ ਪ੍ਰੈਫਰ ਕੀਤਾ ਜਾਂ ਗੈਸ ਏਜੰਸੀ ਅਤੇ ਜਾਂ ਪੈਟਰੋਲ ਪੰਪ। ਇਹ ਜਿਹੜੀ ਕਾਰਗਿਲ ਵਾਰ ਹੈ ਇਸ ਲਈ ਵੀ ਜ਼ਿਆਦਾ ਲੋਕਾਂ ਦੇ ਵਿੱਚ ਉਸ ਟਾਈਮ ਬਹੁਤ ਚਰਚਾ ਦਾ ਵਿਸ਼ਾ ਬਣੀ ਸੀ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਵਾਰ ਵਿਡੋ ਨੂੰ ਇੰਨਾ ਪੈਸਾ ਨਹੀਂ ਦਿੱਤਾ ਗਿਆ ਸੀ ਸਰਕਾਰ ਵੱਲੋਂ। ਸਭ ਤੋਂ ਪਹਿਲਾਂ ਕਾਰਗਿਲ ਵਾਰ ਹੀ ਸੀ ਜਿਸ ਦੇ ਵਿੱਚ ਇੰਨਾ ਪੈਸਾ ਵਿਡੋਜ਼ ਨੂੰ ਦਿੱਤਾ ਗਿਆ ਔਰ ਐਕਚੁਅਲ ਦੇ ਵਿੱਚ ਉਹ ਚੀਜ਼ਾਂ ਮਿਲੀਆਂ ਵੀ। ਇਸ ਤੋਂ ਇਲਾਵਾ ਸਰ ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ
ਉਹ ਵਿਡੋਜ਼ ਨੂੰ ਜਿਹੜਾ ਸਰਕਾਰ ਵੱਲੋਂ ਪੈਸਾ ਮਿਲਿਆ, ਸੈਂਟਰ ਗਵਰਨਮੈਂਟ ਵੱਲੋਂ ਜਾਂ ਸਟੇਟ ਗਵਰਨਮੈਂਟ ਵੱਲੋਂ ਜਿਹੜਾ ਪੈਸਾ ਮਿਲਿਆ, ਉਹ ਤਾਂ ਮਿਲਿਆ ਹੀ। ਉਸ ਤੋਂ ਬਿਨਾਂ ਹੋਰ ਏਜੰਸੀਜ਼ ਨੇ ਬਹੁਤ ਹੈਲਪ ਕੀਤੀ, ਠੀਕ ਹੈ। ਕੁਝ ਨਿਊਜ਼ਪੇਪਰਸ ਵਾਲਿਆਂ ਨੇ, ਜਿਵੇਂ ਅਜੀਤ ਨਿਊਜ਼ਪੇਪਰ ਹੈ, ਉਹਨਾਂ ਨੇ ਕਾਫੀ 5-5 ਲੱਖ ਰੁਪਇਆ ਹਰ ਵਿਡੋ ਨੂੰ ਦਿੱਤਾ। ਸਿੰਗਰਸ ਹੈ ਜਿਵੇਂ ਦਲੇਰ ਮਹਿੰਦੀ ਹੈ, ਗੁਰਦਾਸ ਮਾਨ ਸਾਹਿਬ ਹੈ, ਇਹ ਸਾਰੇ ਸਿੰਗਰਸ ਨੇ ਵੀ ਕਾਫੀ ਹੈਲਪ ਕੀਤੀ। ਹੋਰ ਵੀ ਮਤਲਬ ਕੁਝ ਜਿਵੇਂ ਡਿਸਟ੍ਰਿਕਟ ਵਾਈਜ਼ ਲੋਕਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ। ਮਤਲਬ ਟੋਟਲ ਹਰ ਵਿਡੋ ਨੂੰ 40 to 50 ਲੱਖ ਹੈ ਜਿਹੜਾ ਉਹ ਪੈਸਾ ਮਿਲਿਆ। ਉਸ ਤੋਂ ਇਲਾਵਾ ਜਿਹੜੇ ਸੀ ਪੈਟਰੋਲ ਪੰਪ, ਗੈਸ ਏਜੰਸੀ, ਉਸ ਤੋਂ ਇਲਾਵਾ ਸੀ ਕਿ ਉਹਦੇ ਵਿੱਚ ਹੀ? ਹਾਂਜੀ, ਉਹ ਉਸ ਤੋਂ ਇਲਾਵਾ ਸੀ। ਜਿਹੜੀ ਮੈਂ ਦੱਸ ਰਹੀ ਹਾਂ ਕਿ ਜਦੋਂ ਮੈਨੂੰ ਲਿਸਟ ਮਿਲੀ ਚੰਡੀਗੜ੍ਹ ਤੋਂ, ਇਹਨਾਂ ਦੇ ਹੈੱਡ ਆਫਿਸ ਚੋਂ, ਆਰਮੀ ਦੇ ਚੋਂ, ਤਾਂ ਮੈਨੂੰ ਲਿਸਟ ਤਾਂ ਮਿਲ ਗਈ, ਬਟ ਉਹਨਾਂ ਨੂੰ ਲੋਕੇਟ ਕਰਨਾ ਮੈਨੂੰ ਬੜਾ ਮੁਸ਼ਕਿਲ ਹੋਇਆ, ਕਿਉਂਕਿ ਉਹ ਪਹਿਲਾਂ ਵਿਡੋਜ਼ ਰਹਿ ਰਹੀਆਂ ਸੀ ਪਿੰਡਾਂ 'ਚ, ਉਹਨਾਂ ਦੇ ਛੋਟੇ ਛੋਟੇ ਘਰ ਸੀ। ਇੰਨਾ ਪੈਸਾ ਮਿਲਣ ਤੋਂ ਬਾਅਦ ਸਾਰੀਆਂ ਹੀ ਵਿਡੋਜ਼ ਮੂਵ ਕਰ ਗਈਆਂ ਸ਼ਹਿਰਾਂ ਦੇ ਵਿੱਚ। ਹਾਂਜੀ, ਅਤੇ ਕਿਉਂਕਿ ਉੱਥੇ ਉਹਨਾਂ ਨੇ ਆਪਣਾ ਪੈਟਰੋਲ ਪੰਪ ਜਾਂ ਗੈਸ ਏਜੰਸੀ ਜੋ ਵੀ ਚਲਾਉਣਾ ਸੀ, ਤਾਂ ਉਹ ਮੈਨੂੰ ਬੜਾ ਮੁਸ਼ਕਿਲ ਹੁੰਦੀ ਸੀ। ਮੈਂ ਪਹਿਲਾਂ ਪਿੰਡ ਨੂੰ ਦੇ ਵਿੱਚ ਉਹ ਨੰਬਰ ਜਿਹੜੇ ਮੈਨੂੰ ਲਿਸਟ 'ਚ ਮਿਲੇ, ਉਹਨਾਂ 'ਚੋਂ ਕੋਈ ਵੀ ਨੰਬਰ ਲੱਗਦਾ ਨਹੀਂ ਸੀ ਸਹੀ। ਤਾਂ ਮੈਂ ਫਿਰ ਪਿੰਡਾਂ ਦੇ ਜਿਹੜੇ ਸਰਪੰਚ ਸੀ ਉਹਨਾਂ ਦੇ ਨੰਬਰ ਲੋਕੇਟ ਕੀਤੇ, ਫਿਰ ਉਹਨਾਂ ਤੋਂ ਅੱਗੇ ਪੁੱਛਿਆ ਕਿ ਐਵੇਂ ਕੋਈ ਇੱਥੇ ਸ਼ਹੀਦ ਹੋਏ ਸੀ ਜੀ, ਠੀਕ ਹੈ। ਉਹਨਾਂ ਨੇ ਅੱਗੇ ਫਿਰ ਉਹਨਾਂ ਦੇ ਘਰਦਿਆਂ ਦੇ ਕਿਸੇ ਦਾ ਨੰਬਰ ਦਿੱਤਾ, ਅੱਗੇ ਤੋਂ ਅੱਗੇ। ਮਤਲਬ ਇੱਕ ਵਿਡੋ ਨੂੰ ਲੋਕੇਟ ਕਰਨ ਲਈ ਮੈਨੂੰ 15 ਫੋਨ ਘੱਟੋ ਘੱਟ ਕਰਨੇ ਪੈਂਦੇ ਸੀ ਜੀ। ਅਤੇ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਉਹਨਾਂ ਦੇ ਨੰਬਰ ਮਿਲ ਗਏ, ਫਿਰ ਉਹਨਾਂ ਨਾਲ ਗੱਲਬਾਤ ਹੋਈ, ਠੀਕ ਹੈ। ਤਾਂ ਉਹ ਸਾਰੀਆਂ ਵਿਡੋਜ਼ ਮੈਨੂੰ ਪਰਸਨਲੀ ਮਿਲੀਆਂ ਵੀ, ਔਰ ਬਹੁਤ ਹੀ ਮਤਲਬ ਭਰਵਾਂ ਹੁੰਗਾਰਾ, ਬੜਾ ਅੱਛਾ ਹੁੰਗਾਰਾ ਉਹਨਾਂ ਵੱਲੋਂ ਮਿਲਿਆ। ਬੜੇ ਮਤਲਬ ਉਹਨਾਂ ਨੇ ਚਾਅ ਨਾਲ ਮੈਨੂੰ ਹਰ ਇੱਕ ਚੀਜ਼, ਈਵਨ ਆਪਣੇ ਪੇਕਿਆਂ ਬਾਰੇ, ਆਪਣੇ ਸਹੁਰਿਆਂ ਬਾਰੇ, ਆਪਣੇ ਹਸਬੈਂਡ ਬਾਰੇ, ਈਵਨ ਜਿਹੜੇ ਉਹਨਾਂ ਦੇ ਇਸ ਟਾਈਮ ਪ੍ਰੈਜ਼ੈਂਟ ਹਸਬੈਂਡ ਨੇ ਜਿਨ੍ਹਾਂ ਨੇ ਰੀਮੈਰਿਜ ਕਰਵਾਈ ਜਿਹੜੀਆਂ ਵਿਡੋਜ਼ ਨੇ, ਉਹਨਾਂ ਬਾਰੇ ਵੀ ਸਭ ਕੁਝ ਦੱਸਿਆ ਸਰ। ਹਾਂਜੀ, ਜਿਹੜਾ ਉਹਨਾਂ ਨੂੰ ਪੈਸਾ ਮਿਲਿਆ, ਹਸਬੈਂਡ ਬਾਰੇ, ਪਰਿਵਾਰ ਬਾਰੇ, ਜਿਹੜੇ ਰਿਸ਼ਤੇਦਾਰ ਸੀ ਉਹਨਾਂ ਬਾਰੇ, ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸੀਆਂ। ਕਿਹੜੀ ਚੀਜ਼ ਸੀ ਐਸੀ ਜਿਹੜੀ ਕਿ ਤੁਹਾਨੂੰ ਲੱਗੀ ਵੀ ਇਹ ਤਾਂ ਬਹੁਤ ਤਰਾਸਦੀ ਹੈ, ਇਹਦੇ 'ਤੇ ਧਿਆਨ ਦੇਣ ਦੀ ਲੋੜ ਹੈ ਸਰਕਾਰ? ਸਰ, ਇਹ ਸਾਰਿਆਂ ਦੇ ਵਿੱਚ ਹੀ ਬੜੀ ਤਰਾਸਦੀ ਸੀ। ਗਵਰਨਮੈਂਟ ਨੇ ਨੋ ਡਾਊਟ ਪੈਸਾ ਬਹੁਤ ਦਿੱਤਾ, ਬਟ ਉਹ ਪੈਸੇ ਨੇ ਉਹਨਾਂ ਦੀ ਹਾਲਤ ਸੁਧਾਰਨ ਦੇ ਬਜਾਏ ਉਹਨੂੰ ਹੋਰ ਖਰਾਬ ਕਰਤਾ। ਉਹ ਇਸ ਤਰ੍ਹਾਂ ਕਿ ਜੇ ਨੋਰਮਲੀ ਆਪਾਂ ਆਪਣੀ ਸੁਸਾਇਟੀ ਦੇ ਵਿੱਚ ਦੇਖੀਏ, ਠੀਕ ਹੈ, ਤਾਂ ਵਿਡੋਜ਼ ਨੂੰ ਬਹੁਤ ਹੀ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਉਹਨੂੰ ਕੁਲੈਣੀ, ਕੁਲੱਛਣੀ, ਜਾਂ ਇਹ ਵੀ ਬੋਲਿਆ ਜਾਂਦਾ ਕਿ ਖਸਮਾਂ ਨੂੰ ਖਾਣੀ, ਆਪਣੇ ਘਰ ਵਾਲੇ ਨੂੰ ਖਾ ਗਈ ਹੈ, ਮਨਹੂਸ ਮੰਨਿਆ ਜਾਂਦਾ। ਉਹਨਾਂ ਕਾਰਗਿਲ ਵਾਰ ਵਿਡੋਜ਼ ਨੂੰ ਵੀ ਇਹੀ ਮੰਨਿਆ ਜਾ ਰਿਹਾ ਸੀ ਜਦੋਂ ਤੱਕ ਉਹਨਾਂ ਨੂੰ ਉਹ ਪੈਸਾ ਨਹੀਂ ਸੀ ਮਿਲਿਆ। ਈਵਨ ਉਹਨਾਂ ਦੇ ਪੇਰੈਂਟਸ ਵੀ ਨਹੀਂ ਸੀ ਰੱਖਣਾ ਚਾਹ ਰਹੇ ਉਹਨਾਂ ਨੂੰ, ਸਹੁਰੇ ਵੀ ਨਹੀਂ ਸੀ ਰੱਖਣਾ ਚਾਹ ਰਹੇ, ਠੀਕ ਹੈ। ਪਰ ਜਦੋਂ ਉਹਨਾਂ ਨੂੰ ਪੈਸਾ ਮਿਲ ਗਿਆ, ਠੀਕ ਹੈ, ਉਹ ਇੰਨੀਆਂ ਡਿਸਟਰਬ ਸੀ ਆਪਣੇ, ਮਤਲਬ ਜਿਵੇਂ 11 ਦਿਨਾਂ ਤੱਕ ਭੋਗ ਪਾ ਦਿੰਦੇ ਆਈ ਥਿੰਕ, ਹੈ ਨਾ। ਤਾਂ ਉਹ ਭੋਗ ਦੇ ਉੱਪਰ ਹੀ ਜਦੋਂ ਉਹਨਾਂ ਨੂੰ ਉਸ ਤੋਂ ਥੋੜ੍ਹੇ ਦਿਨ ਪਹਿਲਾਂ ਪੈਸਾ ਮਿਲ ਗਿਆ, ਜਾਂ ਗਵਰਨਮੈਂਟ ਵੱਲੋਂ ਨੋਟਿਸ ਆ ਗਿਆ ਕਿ ਇੰਨਾ ਪੈਸਾ ਮਿਲੇਗਾ, ਤਾਂ ਉਸ ਟਾਈਮ 'ਤੇ ਹੀ ਉਹਨਾਂ ਦੇ ਚਾਦਰ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਹਾਂਜੀ, ਚਾਹੇ ਈਵਨ ਜੇਠ, ਕਈਆਂ ਦੇ ਘਰਾਂ ਦੇ ਵਿੱਚ ਜਿਵੇਂ ਦਿਓਰ ਨਹੀਂ ਵੀ ਸੀ, ਜੇਠ ਸੀ, ਜੇਠ ਦੇ ਬੱਚੇ ਵੀ ਹੈ, ਤਾਂ ਉੱਥੇ ਵੀ ਉਹਨਾਂ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਉਸੇ ਟਾਈਮ ਫਿਰ ਪੇਕਿਆਂ ਨੇ ਵੀ ਕਿਹਾ ਕਿ ਨਹੀਂ ਜੀ ਨਹੀਂ, ਅਸੀਂ ਇੱਥੇ ਨਹੀਂ ਕਰਵਾਉਣੀ, ਲੈਵੀਰੇਟ ਮੈਰਿਜ ਨਹੀਂ ਕਰਨ ਦੇਣੀ, ਤੁਸੀਂ ਸਾਡੇ ਨਾਲ ਹੀ ਚੱਲੋ, ਪੇਕਿਆਂ ਦੇ ਘਰ ਅਸੀਂ ਤੁਹਾਨੂੰ ਰੱਖਾਂਗੇ। ਕਾਰਨ ਸਿਰਫ ਪੈਸਾ ਤੇ ਪੈਸਾ, ਠੀਕ ਹੈ। ਬਹੁਤ ਸਾਰੀਆਂ ਵਿਡੋਜ਼ ਨੇ ਜਿਨ੍ਹਾਂ ਦੇ ਕੋਰਟ ਕੇਸਿਸ ਵੀ ਚੱਲੇ। ਕਿੱਦਾਂ ਮਤਲਬ ਉਹ ਕੋਰਟ ਕੇਸ ਕਾਹਦੇ ਲਈ ਲੋੜ ਪਈ? ਇਸ ਲਈ ਜਿਵੇਂ ਕਿ ਸਰ ਗਵਰਨਮੈਂਟ ਨੇ ਪੈਸਾ ਦਿੱਤਾ ਸਾਰਾ ਵਿਡੋ ਨੂੰ, ਉਸ 'ਚੋਂ 2-2.5 ਲੱਖ ਰੁਪਇਆ ਸੀ ਜਿਹੜਾ ਸਿਰਫ ਪੇਰੈਂਟਸ ਨੂੰ ਮਿਲਣਾ ਸੀ, ਬਾਕੀ ਸਾਰਾ ਪੈਸਾ ਵਿਡੋ ਨੂੰ ਮਿਲਣਾ ਸੀ, ਠੀਕ ਹੈ। ਤਾਂ ਉਸ ਟਾਈਮ ਜਿਹੜੇ ਪੇਰੈਂਟਸ ਸੀ ਉਹਨਾਂ ਦੀ ਵੀ ਇਹ ਬੜੀ ਮਤਲਬ ਉਹਨਾਂ ਨੇ ਮੁੱਦਾ ਉਠਾਇਆ ਕਿ ਸਾਡਾ, ਜਿਵੇਂ ਕਈਆਂ ਘਰਾਂ 'ਚ ਇੱਕੋ ਇੱਕ ਪੁੱਤ ਸੀ, ਉਹ ਆਰਮੀ 'ਚ ਸ਼ਹੀਦ ਹੋ ਗਿਆ, ਠੀਕ ਹੈ। ਜਿਹੜੀ ਵਿਡੋ ਹੈ ਉਹਨੇ ਰੀਮੈਰਿਜ ਕਰਵਾ ਲਈ, ਤਾਂ ਉਹ ਕਹਿੰਦੇ ਸੀ ਕਿ ਸਾਰਾ ਪੈਸਾ ਉਹ ਵਿਡੋ ਲੈ ਕੇ ਚਲੀ ਗਈ, ਵੀ ਸਾਡਾ ਪੁੱਤ ਵੀ ਚਲਾ ਗਿਆ, ਸਾਡੀ ਨੂੰਹ ਵੀ ਚਲੀ ਗਈ, ਅਤੇ ਸਾਡੇ ਕੋਲ ਹੁਣ ਆਪਣੇ ਸਰਵਾਈਵਲ ਲਈ ਕੁਛ ਵੀ ਨਹੀਂ ਹੈ। ਮਤਲਬ ਜਿਵੇਂ ਬਜ਼ੁਰਗ ਮਾਂ ਪਿਓ ਨੇ, ਤਾਂ ਉਹ ਕਹਿੰਦੇ ਸੀ ਕਿ ਸਾਡੇ ਕੋਲ ਤਾਂ ਹੁਣ ਕੁਛ ਵੀ ਨਹੀਂ ਹੈ, ਅਸੀਂ ਤਾਂ ਮੁੰਡਾ ਵੀ ਗਵਾ ਲਿਆ ਆਪਣਾ। ਹਾਂਜੀ, ਤਾਂ ਉੱਥੇ ਬੜੀ ਮਤਲਬ ਮੈਨੂੰ ਉਹਨਾਂ ਦੀ ਲੱਗੀ ਕਿ ਬੜੀ ਤਰਾਸਦੀ ਵਾਲੀ ਉਹਨਾਂ ਦੀ ਸਿਚੁਏਸ਼ਨ ਹੈ। ਵਿਡੋਜ਼ ਦੇ ਨਾਲ ਵੀ ਬਹੁਤ ਧੱਕਾ ਹੋਇਆ ਕਿ ਕਿੱਥੇ ਉਹਨਾਂ ਨੂੰ ਕੋਈ ਪੁੱਛ ਵੀ ਨਹੀਂ ਸੀ ਰਿਹਾ, ਅਤੇ ਕਿੱਥੇ ਫਿਰ ਪੇਕੇ ਆਪਣੇ ਵੱਲ ਖਿੱਚ ਰਹੇ ਆ, ਸਹੁਰੇ ਆਪਣੇ ਵੱਲ ਖਿੱਚ ਰਹੇ ਆ, ਸਿਰਫ ਤੇ ਸਿਰਫ ਪੈਸੇ ਕਰਕੇ। ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੇ ਲੋਕ, ਕਿਉਂਕਿ ਪੜ੍ਹੀਆਂ ਲਿਖੀਆਂ ਬਹੁਤ ਘੱਟ ਸੀ, ਤਾਂ ਉਹਨਾਂ ਨੂੰ ਬਹੁਤ ਲੋਕਾਂ ਨੇ ਗੁੰਮਰਾਹ ਵੀ ਕੀਤਾ। ਬਹੁਤ ਸਾਰੇ ਲੋਕਾਂ ਨੇ ਉਹਨਾਂ ਤੋਂ ਪੈਸਾ ਵੀ ਖਾਇਆ, ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਨੂੰ ਗੁੰਮਰਾਹ ਕਰਕੇ ਬਹੁਤ ਪੈਸਾ ਵੀ ਉਹਨਾਂ ਤੋਂ ਖਾਇਆ। ਮਤਲਬ ਪੈਸੇ ਕਰਕੇ ਜਿਹੜੀ ਉਹਨਾਂ ਦੀ ਹਾਲਤ 'ਚ ਸੁਧਾਰ ਆਉਣਾ ਚਾਹੀਦਾ ਸੀ, ਉਹ ਸੁਧਾਰ ਆਉਣ ਦੀ ਬਜਾਏ ਹਾਲਾਤ ਹੋਰ ਵੀ ਵਿਗੜ ਗਏ। ਡਾਕਟਰ ਸਾਹਿਬ, ਤੁਸੀਂ ਬੜਾ ਜਿਹੜਾ ਇੱਕ ਗੰਭੀਰ ਵਿਸ਼ਾ ਨੂੰ ਛੋਹਿਆ ਹੈਗਾ, ਅਤੇ ਤੁਸੀਂ ਇਹ ਦੱਸਿਆ ਕਿ ਬਹੁਤ ਸਾਰੇ ਜਿਹੜੇ ਕੇਸ ਇਹੋ ਜਿਹੇ ਆਏ ਜਿਹਦੇ 'ਚ ਬੜੀ ਤਰਾਸਦੀ ਹੋਈ, ਅਤੇ ਤੁਹਾਨੂੰ ਵੀ ਜਾਣ ਕੇ ਬੜਾ ਦੁੱਖ ਹੋਇਆ। ਕੋਈ ਇੱਕ ਅਜਿਹਾ ਕਿੱਸਾ ਜਿਹੜਾ ਕਿ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ, ਤਾਂ ਕਿ ਅਸੀਂ ਦੱਸਣਾ ਚਾਹੀਏ ਕਿ ਆਹ ਹਾਲਾਤ ਨੇ ਸਾਡੇ ਵਾਰ ਵਿਡੋਜ਼ ਦੇ, ਆਹ ਹਾਲਾਤ ਨੇ, ਪੈਸਾ ਵੀ ਮਿਲਿਆ,
ਪੈਟਰੋਲ ਪੰਪ ਦੀ ਵੀ ਜਾਂ ਸਰਕਾਰੀ ਨੌਕਰੀ ਦੀ ਵੀ ਗੱਲ ਆਈ, ਪਰ ਅੱਜ ਵੀ ਉਹ ਹਾਲਾਤ ਜਿਹੜੇ ਨੇ, ਕਿਹੜੇ ਹਾਲਾਤਾਂ 'ਚੋਂ ਲੰਘ ਕੇ ਉਹ ਇੱਥੇ ਪਹੁੰਚੇ ਨੇ, ਇਹ ਥੋੜ੍ਹਾ ਜਿਹਾ ਦੱਸੋ। ਕੋਈ ਇੱਕ ਕੇਸ ਹਿਸਟਰੀ ਜਿਹੜੇ ਤੁਸੀਂ ਦੱਸੋ। ਸਰ ਮੈਂ ਕਾਫੀ ਸਾਰੇ ਕੇਸ ਹਿਸਟਰੀਜ਼ ਕੀਤੀਆਂ ਸੀ। ਤੇ ਸਭ ਤੋਂ ਪਹਿਲਾਂ ਜਿਹੜਾ ਮੈਂ ਮਤਲਬ ਜਦੋਂ ਆਪਣਾ ਫੀਲਡ ਵਰਕ ਸਟਾਰਟ ਵੀ ਕੀਤਾ ਤਾਂ ਮੈਂ ਮਾਨਸਾ ਡਿਸਟ੍ਰਿਕਟ 'ਚ ਗਈ ਸੀ। ਉੱਥੇ ਇੱਕ ਵਿਡੋ ਮਿਲੀ, ਬਹੁਤ ਹੀ ਜਿਵੇਂ ਮੈਂ ਦੱਸਿਆ ਕਿ ਹਾਈਟ 'ਤੇ ਹੋਣ ਕਰਕੇ ਬੜੇ ਜਵਾਨ ਜਿਹੜੇ ਮੁੰਡੇ ਸੀ ਉਹ ਭੇਜੇ ਗਏ ਸੀ ਟਾਈਗਰ ਹਿੱਲ 'ਤੇ। ਤਾਂ ਜਿਹੜੀਆਂ ਉਹਨਾਂ ਦੀਆਂ ਵਿਡੋਜ਼ ਸੀ ਉਹ ਸਾਰੀਆਂ ਯੰਗ ਏਜ ਹੀ ਸੀ, ਬਹੁਤ ਛੋਟੀ ਉਮਰ ਦੀਆਂ ਸੀ, ਈਵਨ ਮੇਰੇ ਤੋਂ ਵੀ ਛੋਟੀ ਉਮਰ ਦੀਆਂ ਸੀ ਉਸ ਟਾਈਮ ਜਦੋਂ ਮੈਂ ਰਿਸਰਚ ਕੀਤੀ ਸੀ। ਤਾਂ ਮਾਨਸਾ ਡਿਸਟ੍ਰਿਕਟ 'ਚ ਇੱਕ ਵਿਡੋ ਮਿਲੀ ਸੀ, ਉਸਦਾ ਨਾਮ ਸੀ ਤੇ ਹਸਬੈਂਡ ਦਾ ਨਾਮ ਸੀ ਸਰਦਾਰ, ਸ਼ਹੀਦ ਹੋਏ ਸੀ ਆਰਮੀ ਦੇ ਵਿੱਚ। ਉਸ ਟਾਈਮ ਵਿਡੋ ਦੀ ਏਜ ਸੀ ਜੀ 21-22 ਸਾਲ ਸੀ ਤੇ ਸ਼ਹੀਦ ਦੀ ਹੋਏਗੀ ਮੈਨੂੰ ਲੱਗਦਾ 24-25 ਸਾਲ। ਹਾਂਜੀ, ਤੇ ਉਸ ਟਾਈਮ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਮੈਰਿਜ ਹੋਈ ਸਰ 97 ਦੇ ਵਿੱਚ, ਮਤਲਬ 97 ਦੇ, ਹਾਂਜੀ 97 'ਚ ਮੈਰਿਜ ਹੋਈ। ਥੋੜ੍ਹਾ ਟਾਈਮ ਹੀ ਉਹ ਇਕੱਠੇ ਰਹੇ। ਉਸ ਤੋਂ ਬਾਅਦ ਕਾਰਗਿਲ ਜਦੋਂ ਸਟਾਰਟ ਹੋਈ ਤਾਂ ਉਹਨਾਂ ਨੇ ਬੁਲਾ ਲਿਆ ਉੱਥੇ। ਤੇ ਉਸ ਤੋਂ ਬਾਅਦ ਜਦੋਂ ਉੱਥੇ ਚਲੇ ਵੀ ਗਏ, ਉਹ ਲੈਟਰਸ ਵਗੈਰਾ ਕੰਟੀਨਿਊਸਲੀ ਭੇਜਦੇ ਰਹੇ ਆ ਆਪਣੀ ਵਾਈਫ ਨੂੰ। ਉਹਨਾਂ ਨੇ ਦਿਖਾਈਆਂ ਵੀ ਮੈਨੂੰ ਉਹ ਲੈਟਰਸ। ਈਵਨ ਇੱਕ ਜਿਹੜੀ ਉਹਨਾਂ ਦੀ ਲੈਟਰ ਸੀ ਉਹ ਉਹਨਾਂ ਦੇ ਡੈਥ ਤੋਂ ਵੀ ਬਾਅਦ ਆਈ। ਹਾਂਜੀ, ਉਹਨਾਂ ਦੇ ਸ਼ਹੀਦ ਹੋਣ ਤੋਂ ਵੀ ਬਾਅਦ, ਕਿਉਂਕਿ ਉਹ ਆਪ ਤਾਂ ਉੱਥੇ ਭੇਜ ਨਹੀਂ ਸਕਦੇ। ਉਹਨਾਂ ਨੇ ਆਪਣੇ ਫਰੈਂਡ ਨੂੰ ਕਿਹਾ ਹੋਇਆ ਸੀ ਕਿ ਤੁਸੀਂ ਮੇਰੀਆਂ ਲੈਟਰਸ ਐਵੇਂ ਭੇਜਦੇ ਰਹੋ, ਕਿ ਹਾਲਾਤ ਦੱਸਦੇ ਰਹੋ, ਠੀਕ ਹੈ। ਤਾਂ ਉਸ ਟਾਈਮ ਉਹ ਵਿਡੋ ਕਹਿੰਦੀ ਕਿ ਜਦੋਂ ਮੈਨੂੰ ਮਤਲਬ ਬੜਾ ਵਧੀਆ ਸਾਡੀ ਲਾਈਫ ਚੱਲ ਰਹੀ ਸੀ, ਫਿਰ ਜਦੋਂ ਉਹਨਾਂ ਨੂੰ ਕਾਰਗਿਲ ਸਟਾਰਟ ਹੋਈ, ਸ਼ਹੀਦ ਹੋਏ ਉੱਥੇ ਸਰ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇੱਕਦਮ ਜਦੋਂ ਫੋਨ ਆਇਆ ਆਰਮੀ ਵੱਲੋਂ ਤਾਂ ਮੈਂ ਬੇਹੋਸ਼ ਹੋ ਗਈ। ਜਦੋਂ ਉੱਠੀ ਤਾਂ ਆਸੇ-ਪਾਸੇ ਸਾਰੇ ਪਿੰਡ ਵਾਲੇ ਖੜੇ ਸੀ ਤੇ ਰੌਲਾ ਰੱਪਾ ਪੈ ਰਿਹਾ ਸੀ ਪੂਰਾ। ਫਿਰ ਕਹਿੰਦੇ ਕਿ ਉਸ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਆਰਮੀ ਵਾਲੇ ਉਹਨਾਂ ਦਾ ਸਮਾਨ ਲੈ ਕੇ ਆਏ, ਉਹਨਾਂ ਦੀ ਬੋਡੀ ਲੈ ਕੇ ਆਏ। ਤਾਂ ਉੱਥੇ ਮਤਲਬ ਉਹਨਾਂ ਨੇ ਫੋਟੋ ਵੀ ਮੈਨੂੰ ਦਿਖਾਈ। ਮੈਂ ਵੀ ਮਤਲਬ ਉਹ ਸੀਨ ਦੇਖ ਕੇ ਬਹੁਤ ਰੋਈ ਉਸ ਚੀਜ਼ ਨੂੰ ਦੇਖ ਕੇ ਕਿ ਜਦੋਂ ਦੀ ਤਾਬੂਤ ਸੀ ਉਹਦਾ ਸਾਈਜ਼ ਛੋਟਾ ਸੀ, ਦੀ ਹਾਈਟ ਸੀ 6 ਫੀਟ 3 ਇੰਚਸ, 6 ਫੁੱਟ 3 ਇੰਚ। ਉਹ ਛੋਟਾ ਸੀ ਐਗਜ਼ੈਕਟਲੀ, ਮੈਨੂੰ ਉਹਦੀ ਨਹੀਂ ਪਤਾ ਕਿ ਉਹਦੀ ਲੈਂਥ ਕਿੰਨੀ ਸੀ। ਐਂਡ 6 ਫੁੱਟ ਦਾ ਹੀ ਹੋਏਗਾ ਕਿਉਂਕਿ ਉਹਨਾਂ ਨੇ ਫਿਰ ਗਰਦਨ ਜਿਹੜੀ ਉਹਦੀ ਘੁਮਾ ਕੇ ਤੋੜ ਕੇ, ਗਰਦਨ ਤੋੜ ਕੇ, ਹਾਂਜੀ ਘੁਮਾ ਕੇ ਉਹਦੇ ਤਾਬੂਤ ਦੇ ਵਿੱਚ ਉਹ ਪਾਈ ਹੋਈ ਸੀ। ਸ਼ਹੀਦ ਦੀ ਗਰਦਨ ਤੋੜ ਕੇ ਤਾਬੂਤ 'ਚ ਪਾਈ ਕਿ ਪੂਰਾ ਨਹੀਂ ਆ ਰਿਹਾ। ਹਾਂਜੀ, ਮਤਲਬ ਉਹਦੇ ਲਈ ਅਕੋਰਡਿੰਗ ਟੂ ਮੀ ਕਿ ਥੋੜ੍ਹਾ ਵੱਡਾ ਤਾਬੂਤ ਅਰੇਂਜ ਕਰਨਾ ਚਾਹੀਦਾ ਸੀ। ਤੇ ਉਹ ਕਹਿੰਦੇ ਕਿ ਜਿੰਨਾ ਦੁੱਖ ਸਾਨੂੰ ਖਬਰ ਸੁਣ ਕੇ ਹੋਇਆ ਸੀ ਕਿ ਬੂਟਾ ਸਿੰਘ ਸ਼ਹੀਦ ਹੋਏ ਹੈ, ਉਸ ਤੋਂ ਦੁੱਗਣਾ ਦੁੱਖ ਇਸ ਚੀਜ਼ ਦਾ ਹੋਇਆ ਕਿ ਸ਼ਹੀਦ ਦੀ ਬੋਡੀ ਆਈ ਕਿਵੇਂ ਹੈ। ਮਤਲਬ ਉਹ ਸਭ ਤੋਂ ਜ਼ਿਆਦਾ, ਮੈਂ ਹੁਣ ਵੀ ਇਮੋਸ਼ਨਲ ਹੋ ਰਹੀ ਹਾਂ ਉਸ ਚੀਜ਼ ਨੂੰ ਦੱਸਦੇ ਹੋਏ ਕਿ ਸ਼ਹੀਦ ਦੀ ਬੋਡੀ ਨੂੰ ਮਤਲਬ ਹੁਣ ਤੱਕ ਉਹ ਫੋਟੋ ਕਹਿੰਦੇ ਦੇਖ ਕੇ ਸਾਡਾ ਮਨ ਭਰਦਾ ਹੈ ਕਿ ਸਾਡੇ ਇੱਕ ਤਾਂ ਚਲੋ ਬੰਦਾ ਉੱਥੇ ਸ਼ਹੀਦ ਹੋਇਆ ਉਹਨਾਂ ਹਾਲਾਤਾਂ ਦੇ ਵਿੱਚ, ਉਸ ਤੋਂ ਇਲਾਵਾ ਉਹਦੀ ਬੋਡੀ ਵੀ ਸਾਨੂੰ ਕਿੰਨਾ ਹਾਲਾਤਾਂ ਦੇ ਵਿੱਚ ਮਿਲੀ ਤੇ ਕਿਸ ਤਰੀਕੇ ਨਾਲ ਮਿਲੀ ਉਹ ਬੋਡੀ। ਉਹ ਬਹੁਤ ਜ਼ਿਆਦਾ ਦੁਖਦਾਈ ਘਟਨਾ ਸੀ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੇਸਿਸ ਨੇ ਜਿਹਦੇ ਵਿੱਚ ਜਿਵੇਂ ਵਿਡੋਜ਼ ਨੇ ਆਪਣੀਆਂ ਦੱਸਿਆ ਤਾਂ ਉਹਨਾਂ ਨੇ ਆਪਣੇ ਪੇਰੈਂਟਸ ਬਾਰੇ ਵੀ। ਇਸ ਤੋਂ ਵਿੱਚ ਵੀ ਹੋਇਆ ਕਿ ਫਿਰ ਉਹੀ ਇਹਨਾਂ ਨੇ ਭੋਗ ਦੇ ਟਾਈਮ ਹੀ ਕਿਹਾ ਕਿ ਆਪਾਂ ਜੀ ਜੇਠ ਨੂੰ ਬਿਠਾ ਦਿੰਦੇ ਹਾਂ। ਨਹੀਂ ਜੀ, ਉਹ ਮੈਰਿਡ ਸੀ ਤੇ ਉਸ ਤੋਂ ਵੀ ਉਹ ਕਹਿੰਦੇ ਕਿ ਮੈਂ ਬਿਲਕੁਲ ਵੀ ਮਤਲਬ ਮੇਰਾ ਇੰਟਰਸਟ ਨਹੀਂ ਸੀ, ਨਾ ਹੀ ਉਸ ਸਿਚੁਏਸ਼ਨ 'ਚ। ਤੁਸੀਂ ਦੱਸੋ ਕਿ ਹਸਬੈਂਡ ਦੀ ਡੈਥ ਤੋਂ 11 ਦਿਨ ਬਾਅਦ ਉਹਦੇ ਭੋਗ ਤੇ ਇੱਕ ਵਿਡੋ ਦੀ ਕੀ ਹਾਲਾਤ ਹੋਣਗੇ, ਕੀ ਉਹਦੀ ਮਾਨਸਿਕ ਸਥਿਤੀ ਹੋਏਗੀ। ਤਾਂ ਉਹ ਕਹਿੰਦੇ ਕਿ ਜਦੋਂ ਮੈਨੂੰ ਇਹਨਾਂ ਨੇ ਉੱਥੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਮੈਂ ਉਸ ਚੀਜ਼ ਲਈ ਮਨਾ ਕੀਤਾ। ਤੇ ਪੜ੍ਹੇ ਲਿਖੇ ਵੀ ਸੀ, ਪਰਸਨੈਲਿਟੀਡ ਬਹੁਤ ਜ਼ਿਆਦਾ ਸੀ, ਉਹਨਾਂ ਦੀ ਵਾਈਫ ਵੀ ਬਹੁਤ ਸੋਹਣੀ ਸੁਨੱਖੀ ਸੀ, ਠੀਕ ਹੈ। ਤੇ ਜਿਹੜਾ ਉਹਨਾਂ ਦਾ ਜੇਠ ਸੀ ਉਹ ਟਰੱਕ ਡਰਾਈਵਰ ਸੀ ਇੱਕ। ਤਾਂ ਉਹ ਕਹਿੰਦੇ ਸੀ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਇਸ ਤਰੀਕੇ ਨਾਲ, ਈਵਨ ਅੱਜ ਵੀ ਉਹ ਕਹਿੰਦੇ ਕਿ ਮੇਰਾ ਕੋਈ, ਮੈਂ ਦਿਲ ਦੀ ਗੱਲ ਨਹੀਂ ਕਰਦੀ ਹੁਣ ਤੱਕ। ਉਹ ਕਹਿੰਦੇ ਕਿ ਮੈਂ ਨੂੰ ਯਾਦ ਕਰਨੀ ਆ। ਅੱਛਾ, ਮੈਨੂੰ ਇਹ ਦੱਸੋ ਕਿ ਜਿਹੜੇ ਉਹਨਾਂ ਦਾ ਜੇਠ ਦੀ ਤੁਸੀਂ ਗੱਲ ਕਰ ਰਹੇ ਹੋ, ਟਰੱਕ ਡਰਾਈਵਰ ਸੀ, ਕੀ ਉਹਦੀ ਮੈਰਿਜ ਤੁਸੀਂ ਕਹਿ ਰਹੇ ਹੋ ਹੋਈ ਵੀ ਸੀ? ਉਹਦੀ ਵਾਈਫ ਵੀ ਸੀਗੀ ਉਸ ਟਾਈਮ ਕਿ ਉਹਦੇ ਡੈਥ ਹੋ ਚੁੱਕੀ ਸੀ ਜਾਂ ਤਲਾਕ ਹੋ ਚੁੱਕਾ, ਕੀ ਹੋਇਆ ਵੈਸੇ? ਨਹੀਂ ਸਰ, ਉਹ ਹੈ ਸੀ ਬਟ ਇਹ ਸੀ ਨਾ ਕਿ ਪੈਸਾ ਆ ਰਿਹਾ ਸੀ। ਹਾਂ, ਹਾਂਜੀ 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 ਹਾਂਜੀ, ਉਹੀ ਸੀ ਕਿ ਉਹਨਾਂ ਨੂੰ ਇਹ ਸੀ ਕਿ ਪੈਸਾ ਆ ਰਿਹਾ ਤਾਂ ਮਤਲਬ ਫਿਰ ਹਰ ਇੱਕ ਨੂੰ ਇਹ ਲੱਗਦਾ ਕਿ ਠੀਕ ਹੈ ਪ੍ਰੋਪਰਟੀ ਵਾਲੀ ਆ ਰਹੀ ਹੈ, ਜਿਹੜੀ ਉਹਦੀ ਜ਼ਮੀਨ ਹੈ ਜਾਂ ਜਿਹੜਾ ਗਵਰਨਮੈਂਟ ਵੱਲੋਂ ਵੀ ਪੈਸਾ ਆ ਰਿਹਾ, ਉਹ ਸਾਰਾ ਪੈਸਾ ਵੀ ਆ ਰਿਹਾ ਸੀ ਉੱਧਰ। ਇਸ ਲਈ ਮਤਲਬ ਉਹ ਵੀ ਫਿਰ ਵਿਲਿੰਗ ਸੀ। ਕੀ ਉਹ ਫਿਰ ਤਿਆਰ ਹੋ ਗਈ, ਵਿਆਹ ਹੋ ਗਿਆ ਉਹਨਾਂ ਦਾ ਜਾਂ ਫਿਰ ਉਹਦੇ ਤੇ ਵਿਰੋਧ ਹੋਇਆ? ਕੋਈ ਵਿਰੋਧ ਹੋਇਆ ਹੀ, ਸਿਰਫ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਪਰ ਉਹਦੀ ਮੈਰਿਜ ਹੋ ਗਈ। ਹਾਂਜੀ, ਪਰ ਉਹ ਕਹਿੰਦੇ ਕਿ ਅੱਜ ਵੀ ਮੈਂ ਸਿਰਫ ਹੀ ਵਾਈਫ ਹਾਂ ਤੇ ਮੈਂ
ਹੀ ਯਾਦ ਰੱਖਦੀ ਹਾਂ, ਕਿਉਂਕਿ ਮੇਰਾ ਮਤਲਬ ਜਿਹੜੇ ਹੁਣ ਉਹਦੇ ਪ੍ਰੈਜ਼ੈਂਟ ਹਸਬੈਂਡ ਹੈ, ਕਿ ਮੇਰੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਉਹਨਾਂ ਨਾਲ ਮੈਚ ਨਹੀਂ ਕਰਦੀ। ਪੈਸਾ ਉਹਨਾਂ ਨੇ ਲੈ ਲਿਆ ਫਿਰ ਉਹਦੇ ਤੋਂ ਸਾਰਾ, ਕਿ ਪੈਸਾ ਅੱਜ ਵੀ ਉਹਦੇ ਕੋਲ ਹੈ, ਜਾਂ ਅੱਜ ਉਹ ਉਸ ਪੈਸੇ ਦੇ ਮੁਤਾਬਕ ਉਹਨਾਂ ਦੇ ਮੁਤਾਬਕ ਹੀ ਯੂਜ਼ ਕਰ ਰਹੀ ਹੈ ਉਹ? ਸਰ ਪੈਸਾ ਬੇਸਿਕਲੀ ਜਿਹੜੀ ਇੱਕ ਵਿਡੋ ਹੈ ਨਾ, ਉਹਦੀ ਸਿਰਫ ਸਿਗਨੇਚਰ ਵੈਲਿਊ ਹੈ ਫੈਮਿਲੀ ਦੇ ਵਿੱਚ, ਠੀਕ ਹੈ। ਚਾਹੇ ਉਹ ਆਪਣੇ ਪੇਕਿਆਂ ਕੋਲ ਰਹਿ ਰਹੀ ਹੈ, ਚਾਹੇ ਸਹੁਰਿਆਂ ਕੋਲ ਰਹਿ ਰਹੀ ਹੈ, ਚਾਹੇ ਰੀਮੈਰਿਜ ਕਰਵਾ ਕੇ ਹਸਬੈਂਡ ਕੋਲ ਰਹਿ ਰਹੀ ਹੈ, ਸਿਰਫ ਉਹਨੂੰ ਪੈਸੇ ਲਈ ਯੂਜ਼ ਕੀਤਾ ਗਿਆ ਹੈ। ਉਹਦੇ ਸਿਰਫ ਸਿਗਨੇਚਰ ਵੈਲਿਊ ਹੈ, ਠੀਕ ਹੈ। ਜੇ ਤਾਂ ਉਹ ਪੈਸਾ ਦੇ ਰਹੀ ਹੈ, ਸਿਗਨੇਚਰ ਕਰ ਰਹੀ ਹੈ ਚੈੱਕ 'ਤੇ, ਤਾਂ ਉਹਦੀ ਵੈਲਿਊ ਹੈ ਫੈਮਿਲੀ ਦੇ ਵਿੱਚ। ਜੇ ਉਹ ਨਹੀਂ ਕਰ ਰਹੀ ਤਾਂ ਉਹਦੀ ਕੋਈ ਵੈਲਿਊ ਨਹੀਂ ਹੈ। ਫਿਰ ਉਸ ਤੋਂ ਬਾਅਦ ਤੁਸੀਂ ਜਾਣਨ ਦੀ ਕੋਸ਼ਿਸ਼ ਕਰਤੀ ਵੀ ਵਿਆਹ ਹੋ ਗਿਆ, ਕੀ ਹਾਲਾਤ ਦੇ ਵਿੱਚ ਰਹੀ, ਕਿੱਦਾਂ ਉਹਨੇ ਅੱਗੇ ਸਰਵਾਈਵ ਕੀਤਾ, ਉਹਦੇ ਬੱਚੇ ਹੈਗੇ ਨੇ ਜਾਂ ਨਹੀਂ ਹੈਗੇ, ਕਿਸ ਤਰ੍ਹਾਂ ਹੈਗਾ? ਸਰ ਆਲਮੋਸਟ ਸਾਰੀਆਂ ਵਿਡੋਜ਼ ਮੇਰੇ ਨਾਲ ਇਨ ਟੱਚ ਨੇ ਹੁਣ ਤੱਕ ਵੀ। ਮੈਂ 2011 'ਚ ਸਟਾਰਟ ਕੀਤਾ ਸੀ ਕੰਮ, ਅਤੇ ਸਭ ਦੇ ਨੰਬਰ ਮੇਰੇ ਕੋਲ ਹੈਗੇ ਆ, ਉਹ ਮੇਰੇ ਨਾਲ ਇਨ ਟੱਚ ਵੀ ਨੇ। ਮਤਲਬ ਬਹੁਤ ਮੇਰੀ ਦਿਲੋਂ ਸਾਂਝ ਬਣ ਗਈ ਸੀ ਉਹਨਾਂ ਨਾਲ। ਅਤੇ ਬੱਚੇ ਹੈਗੇ ਹੈ, ਬਟ ਬੱਚੇ ਨੋ ਡਾਊਟ ਬੱਚਿਆਂ ਨੂੰ ਵੀ ਬੜਾ ਪ੍ਰਾਊਡ ਹੈ ਕਿ ਸਾਡੇ ਫਾਦਰ ਐਵੇਂ ਸ਼ਹੀਦ ਹੋਏ ਹੈ, ਬੜਾ ਜਜ਼ਬਾ ਹੈ ਉਹਨਾਂ ਦੇ ਵਿੱਚ। ਈਵਨ ਉਹ ਅੱਗੋਂ ਬੱਚਿਆਂ ਨੂੰ ਵੀ ਆਪਣਿਆਂ ਨੂੰ ਆਰਮੀ ਦੇ ਵਿੱਚ ਹੀ ਭੇਜਣਾ ਚਾਹ ਰਹੇ ਹੈ। ਸਲਾਮ ਹੈ ਜੀ ਇਹੋ ਜਿਹੀ ਸੋਚ ਨੂੰ। ਅਤੇ ਹੁਣ ਇਹ ਦੱਸੋ ਕਿ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਤੁਹਾਡੇ ਸਾਹਮਣੇ ਆਈਆਂ, ਤੁਸੀਂ ਇਸ ਤਰ੍ਹਾਂ ਦੀ ਰਿਸਰਚ ਕੀਤੀ, ਕਿ ਉਸ ਤੋਂ ਬਾਅਦ ਤੁਸੀਂ ਗਰਾਊਂਡ ਰਿਐਲਿਟੀ ਜਿਹੜੀ ਸੀ ਉਹ ਹਾਇਰ ਅਥਾਰਟੀਜ਼ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਕਿ ਤੁਸੀਂ ਰਿਸਰਚ ਵਰਕ ਆਪਣਾ ਇੱਥੇ ਹੀ ਰੱਖ ਦਿੱਤਾ ਹੈ? ਸਰ ਇਹਨੂੰ ਮੈਂ ਆਪਣੀ ਬੁੱਕ ਫਾਰਮ ਦੇ ਵਿੱਚ ਲੈ ਕੇ ਆਈ ਸੀ, ਕਿਉਂਕਿ ਥੀਸਿਸ ਹੈ ਜਿਹੜਾ ਉਹ ਸਿਰਫ ਲਾਇਬ੍ਰੇਰੀਜ਼ ਦੇ ਵਿੱਚ ਰਹਿੰਦਾ, ਤਾਂ ਇਸ ਆਪਣੇ ਸਾਰੇ ਕੰਮ ਨੂੰ ਮੈਂ ਇੱਕ ਬੁੱਕ ਫਾਰਮ ਦੇ ਵਿੱਚ ਲੈ ਕੇ ਆਈ ਸੀ ਉਹਨੂੰ। ਹਾਂਜੀ, ਤਾਂ ਉਹ ਕਿਤਾਬ ਨੂੰ ਬਹੁਤ ਭਰਵਾਂ ਹੁੰਗਾਰਾ ਵੀ ਮਿਲਿਆ, ਇੰਡੀਆ ਦੇ ਵਿੱਚ ਵੀ, ਪਾਕਿਸਤਾਨ ਦੇ ਵਿੱਚ ਉਹ ਬਹੁਤ ਬੁੱਕ ਵਿਕੀ। ਈਵਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਲਾਇਬ੍ਰੇਰੀਜ਼ ਦੇ ਵਿੱਚ ਇਹ ਬੁੱਕ ਨੂੰ ਸਿਲੈਕਟ ਕੀਤਾ ਗਿਆ। ਮੈਨੂੰ ਇੱਕ ਔਨਰ ਸਰਟੀਫਿਕੇਟ ਵੀ ਆਇਆ ਉਹਨਾਂ ਵੱਲੋਂ, ਸਰਟੀਫਿਕੇਟ ਆਫ ਔਨਰ ਆਇਆ ਉਹਨਾਂ ਵੱਲੋਂ। ਅਤੇ ਉਹਨਾਂ ਨੇ ਮਤਲਬ ਬਹੁਤ ਭਰਵਾਂ ਹੁੰਗਾਰਾ ਮਿਲਿਆ। ਲੋਕਾਂ ਨੇ ਦੇਖਿਆ ਕਿ ਐਕਚੁਅਲ ਦੇ ਵਿੱਚ ਆਪਾਂ ਕੀ ਦੇਖਦੇ ਹਾਂ, ਸ਼ਹੀਦਾਂ ਦੇ ਬਾਰੇ ਕੀ ਸੁਣਦੇ ਹਾਂ, ਬਟ ਜਿਹੜੀਆਂ ਉਹਨਾਂ ਦੀਆਂ ਫੈਮਲੀਜ਼ ਨੇ ਜਾਂ ਵਾਰ ਦੇ ਜਿਹੜੇ ਆਫਟਰ ਫੈਕਟਸ ਨੇ, ਠੀਕ ਹੈ। ਆਪਾਂ ਕਹਿੰਦੇ ਹਾਂ ਕਿ ਠੀਕ ਹੈ ਜੀ ਲੜਾਈ ਹੋ ਗਈ, ਸ਼ਹੀਦ ਹੋ ਗਏ, ਆਪਾਂ ਥੋੜ੍ਹਾ ਟਾਈਮ ਉਹ ਨਿਊਜ਼ ਚੈਨਲਸ 'ਤੇ ਜਾਂ ਨਿਊਜ਼ ਪੇਪਰਸ ਦੇ ਵਿੱਚ ਦੇਖਦੇ ਹਾਂ, ਸਾਰੇ ਲੋਕ ਭੁੱਲ ਜਾਂਦੇ ਨੇ। ਬਟ ਜਿਹੜੇ ਇੱਕ ਵਾਰ ਦੇ ਆਫਟਰ ਫੈਕਟਸ ਨੇ ਉਹ ਬਹੁਤ ਹੀ ਦੁਖਦਾਈ ਹੁੰਦੇ ਨੇ। ਫੌਜੀ ਨਹੀਂ ਸ਼ਹੀਦ ਹੁੰਦਾ, ਉਹਦਾ ਪਰਿਵਾਰ ਵੀ ਪਿੱਛੇ ਜਿਹੜਾ ਉਹਦੇ ਜਿਹੜੇ ਡਿਪੈਂਡੈਂਟ ਨੇ ਉਹ ਵੀ ਕਿਸੇ ਨਾ ਕਿਸੇ ਰੂਪ 'ਚ ਸ਼ਹੀਦ ਹੁੰਦੇ ਨੇ। ਹਾਂਜੀ, ਉਹ ਮਤਲਬ ਜ਼ਿਆਦਾ ਠੀਕ ਹੈ, ਉਹ ਬੰਦਾ ਸ਼ਹੀਦ ਹੋਇਆ, ਫੌਜੀ ਸ਼ਹੀਦ ਹੋਇਆ, ਬਟ ਜਿਹੜਾ ਉਹਦਾ ਬਾਕੀ ਪਰਿਵਾਰ ਹੈ, ਈਵਨ ਉਹਦੇ ਪੇਰੈਂਟਸ ਨੇ ਜਿਹੜੇ, ਜਾਂ ਸਪੈਸ਼ਲੀ ਜਿਹੜੀ ਉਹਦੀ ਵਿਡੋ ਹੈ, ਉਹਦੀ ਹਾਲਤ ਬਹੁਤ ਹੀ ਦੁਖਦਾਈ ਹੋ ਜਾਂਦੀ ਹੈ। ਅਤੇ ਫਿਰ ਤੁਸੀਂ ਜਦੋਂ ਇਹ ਬੁੱਕ ਫਾਰਮ ਦੇ ਵਿੱਚ ਇਸ ਨੂੰ ਛਾਪ ਕੇ ਅੱਗੇ ਤੁਸੀਂ ਪਬਲਿਕ ਤੱਕ ਪਹੁੰਚਾ ਦਿੱਤਾ, ਜਨਤਾ ਤੱਕ ਪਹੁੰਚਾ ਦਿੱਤਾ, ਅਤੇ ਕੀ ਫੌਜ ਦੇ ਜਾਂ ਫਿਰ ਸਰਕਾਰ ਨਾਲ ਰਿਲੇਟਡ ਕੁਛ ਇਹੋ ਜਿਹੇ ਜਿਨ੍ਹਾਂ ਨੇ ਤੁਹਾਡੀ ਬੁੱਕ ਤੋਂ ਬਾਅਦ ਕੁਛ ਉਸ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਹੋਈ, ਜਾਂ ਫਿਰ ਅੱਜ ਵੀ ਸਿਰਫ ਉਹ ਕਿਤਾਬ ਦੇ ਰੂਪ 'ਚ ਰਹਿ ਗਿਆ ਅਤੇ ਉਹ ਮਤਲਬ ਉੱਦਾਂ ਹੀ ਚੱਲ ਰਿਹਾ ਹਾਲੇ ਵੀ? ਨਹੀਂ ਸਰ, ਉਹ ਸਿਰਫ ਬੁੱਕ ਫਾਰਮ ਦੇ ਵਿੱਚ ਹੀ ਹੈ, ਅਤੇ ਇਸ ਦੇ ਵਿੱਚ ਮੈਨੂੰ ਕੋਈ ਨਹੀਂ। ਬਟ ਉਸ ਟਾਈਮ ਦੀ ਜੇ ਗੱਲ ਕਰਾਂ ਕਿ ਜਿਹੜੇ ਫੌਜ ਵੱਲੋਂ ਬਹੁਤ ਮੈਨੂੰ ਪੋਜ਼ੀਟਿਵ ਰਿਸਪੌਂਸ ਮਿਲਿਆ ਸੀ ਜਦੋਂ ਮੈਂ ਰਿਸਰਚ ਕਰ ਰਹੀ ਸੀ। ਜਿੰਨੇ ਵੀ JCO ਨੇ ਹਰ ਡਿਸਟ੍ਰਿਕਟ ਦੇ, ਕਿਉਂਕਿ JCO ਦੇ ਨਾਲ ਵੀ ਮੈਨੂੰ ਮਿਲਣਾ ਪੈਂਦਾ ਸੀ। ਹਾਂਜੀ ਹਾਂਜੀ, ਤਾਂ ਹਰ JCO ਨੇ ਮੈਨੂੰ ਬਹੁਤ ਹੀ ਮਾਣ ਸਤਿਕਾਰ ਪਲੱਸ ਬਹੁਤ ਹੀ ਜਿੰਨੀ ਵੀ ਮਦਦ ਚਾਹੀਦੀ ਸੀ ਉਹ ਉਹਨਾਂ ਨੇ ਮੇਰੀ ਮਦਦ ਕੀਤੀ। ਸਪੈਸ਼ਲੀ ਜੇ ਮੈਂ ਨਾਮ ਲਵਾਂ, ਪਟਿਆਲੇ ਤੋਂ ਸੀ JCO ਸੀ ਜਿਹੜੇ, ਉਹ ਗੁਰਦੀਪ ਸਿੰਘ ਘੁਮਾਣ ਸੀ। ਉਹ ਸਰ ਨੇ ਮੇਰੀ ਸ਼ੁਰੂ ਤੋਂ ਲੈ ਕੇ ਪੂਰੇ ਟਾਈਮ, ਜਿੰਨਾ ਟਾਈਮ ਮੈਂ ਰਿਸਰਚ ਕੀਤੀ ਉਹਨਾਂ ਨੇ ਮੇਰੀ ਹੈਲਪ ਕੀਤੀ ਬਹੁਤ ਜ਼ਿਆਦਾ। ਉਹਨਾਂ ਨੇ ਹੀ ਮੈਨੂੰ ਲਿਸਟ ਪ੍ਰੋਵਾਈਡ ਕੀਤੀ ਜਿਹੜੀ ਸ਼ਹੀਦਾਂ ਦੀ ਸੀ, ਉਹਨਾਂ ਨੇ ਹੀ ਸਾਰੇ ਮਤਲਬ ਅੱਗੇ JCOs ਜਿਹੜੇ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਸੀ ਉਹਨਾਂ ਦੇ ਵੀ ਮੈਨੂੰ ਕੰਟੈਕਟਸ ਨੰਬਰ ਦਿੱਤੇ, ਤਾਂ ਕਿ ਮੈਂ ਆਪਣਾ ਰਿਸਰਚ ਦੇ ਵਿੱਚ ਅੱਗੇ ਵੱਧ ਸਕਾਂ। ਅਤੇ ਬਾਕੀ ਸਭ ਨੇ ਬਹੁਤ ਹੈਲਪ ਕੀਤੀ। ਬਟ ਜੇ ਅੱਗੇ ਤੱਕ ਦੀ ਗੱਲ ਕਰੀਏ, ਮੈਨੂੰ ਕੁਛ ਮੇਰੇ ਦੋਸਤਾਂ ਮਿੱਤਰਾਂ ਨੇ ਇਹ ਕਿਹਾ ਵੀ ਸੀ ਕਿ ਮੈਂ ਇਸ ਨੂੰ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਕੋਲੇ ਥੀਸਿਸ ਭੇਜਾਂ, ਬਟ ਉਹ ਚੀਜ਼ ਨਹੀਂ ਪੋਸੀਬਲ ਹੋ ਪਾਈ। ਅੱਛਾ, ਤੁਸੀਂ ਇਹ ਸਾਰੀ ਰਿਸਰਚ ਕੀਤੀ ਹੈ ਡਾਕਟਰ ਸਾਹਿਬ, ਅਤੇ ਕੀ ਲੱਗਦਾ ਕਿ ਕੀ ਹੋਣਾ ਚਾਹੀਦਾ ਸੀ ਹੁਣ ਤੁਹਾਡੇ ਮੁਤਾਬਕ? ਕੀ ਹੋਣਾ ਚਾਹੀਦਾ ਸੀ? ਪੈਸਾ ਨਹੀਂ ਮਿਲਣਾ ਚਾਹੀਦਾ ਸੀ? ਇਹ ਵੀ ਨਹੀਂ ਹੋ ਸਕਦਾ। ਪਰਿਵਾਰਾਂ ਲੇਡੀ ਜਿਹੜੀ ਹੈ, ਜਿਹੜੀ ਵਿਚਾਰੀ ਵਿਡੋ ਹੋ ਗਈ, ਉਹਦਾ ਕੀ ਕਸੂਰ ਹੈ? ਉਹਨੂੰ ਰੀਮੈਰਿਜ ਨਹੀਂ ਹੋਣੀ ਚਾਹੀਦੀ? ਇਹ ਵੀ ਨਹੀਂ ਹੋ ਸਕਦਾ। ਕੀ ਹੋਣਾ ਚਾਹੀਦਾ ਜਿਹੜਾ ਕਿ ਹੋਵੇ ਵੀ ਅਤੇ ਕੁਛ ਨੁਕਸਾਨ ਵੀ ਨਾ ਹੋਵੇ? ਸਰ ਇੱਕ ਤਾਂ ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਇਹ ਹੋਣੀ ਚਾਹੀਦੀ ਸੀ ਕਿ ਜਿਵੇਂ ਮੈਂ ਸ਼ੁਰੂ ਦੇ ਵਿੱਚ ਤੁਹਾਨੂੰ ਦੱਸਿਆ ਕਿ ਪੇਰੈਂਟਸ ਨੂੰ 2 ਤੋਂ 2.5 ਲੱਖ ਰੁਪਇਆ ਮਿਲਿਆ ਅਤੇ ਬਾਕੀ ਸਾਰਾ ਪੈਸਾ ਮਿਲਿਆ ਵਿਡੋ ਨੂੰ। ਉਸ ਦੇ ਵਿੱਚ ਵੀ ਮੈਂ ਪੇਰੈਂਟਸ ਦੀ ਵੀ ਤਰਾਸਦੀ ਦੱਸੀ ਹੈ ਕਿ ਉਹ ਵੀ ਕਹਿੰਦੇ ਸੀ ਕਿ ਸਾਡੇ ਕੋਲ ਤਾਂ ਕੁਛ ਵੀ ਨਹੀਂ ਬਚਿਆ ਹੈਗਾ।
ਤਾਂ ਉਹ ਪੈਸਾ ਦਾ ਕੁਝ ਹਿੱਸਾ ਪੇਰੈਂਟਸ ਕੋਲ ਵੀ ਜਾਣਾ ਚਾਹੀਦਾ ਸੀ। ਠੀਕ ਹੈ, ਇਸ ਤੋਂ ਇਲਾਵਾ ਜਿਹੜੀਆਂ ਵਿਡੋਜ਼ ਨੇ ਉਹਨਾਂ ਕੋਲ ਵੀ ਨੋ ਡਾਊਟ ਆਪਾਂ ਬੁੱਕਸ ਦੇ ਵਿੱਚ ਜਾਂ ਆਪਣੇ ਜਿਹੜੀਆਂ ਪੋਲਿਸੀਜ਼ ਬਣਦੀਆਂ ਵਿਮਨ ਦੇ ਲਈ ਸਪੈਸ਼ਲੀ ਜਿਹੜੀਆਂ ਪੋਲਿਸੀਜ਼ ਬਣਦੀਆਂ ਉਹ ਬੇਸਿਕਲੀ ਇਸ ਦੇ ਵਿੱਚ ਕਸੂਰ ਆਪਣੀ ਸੁਸਾਇਟੀ ਦਾ। ਆਪਾਂ ਕਹਿੰਦੇ ਆ ਕਿ ਵਿਮਨ ਐਮਪਾਵਰ ਹੋਈ ਹੈ, ਸਸ਼ਕਤੀਕਰਨ ਹੋਇਆ, ਬਟ ਐਕਚੁਅਲ ਦੇ ਵਿੱਚ ਕੋਈ ਵੀ ਜਿਹੜੀ ਔਰਤ ਹੈ ਉਹਦਾ ਸਸ਼ਕਤੀਕਰਨ ਨਹੀਂ ਹੋਇਆ, ਵਿਮਨ ਐਮਪਾਵਰਮੈਂਟ ਨਹੀਂ ਹੋਈ। ਜੇ ਉਹ ਵਿਮਨ ਐਕਚੁਅਲ ਦੇ ਵਿੱਚ ਐਮਪਾਵਰ ਹੋਈ ਨਾ ਤਾਂ ਵਿਡੋਜ਼ ਆਪਣੇ ਰਾਈਟਸ ਦੇ ਲਈ ਲੜ ਸਕਦੀ ਹੈ। ਠੀਕ ਹੈ, ਸਰਕਾਰ ਨੇ ਤਾਂ ਬਹੁਤ ਪਾਵਰਾਂ ਦੇਤੀਆਂ, ਕਾਨੂੰਨ ਦੇ ਵਿੱਚ ਵੀ ਬਹੁਤ ਪਾਵਰਾਂ ਆ ਗਈਆਂ ਜਿਹੜੀਆਂ ਲੇਡੀਜ਼ ਨੂੰ ਖਾਸ ਕਰਕੇ। ਹਾਂਜੀ, ਬਟ ਸਰ ਉਹ ਸਿਰਫ ਪਾਲਿਸੀਜ਼ ਦੇ ਵਿੱਚ ਹੀ ਹੈ, ਗਰਾਊਂਡ ਰਿਐਲਿਟੀਜ਼ ਕੁਝ ਹੋਰ ਨੇ। ਠੀਕ ਹੈ, ਪਾਲਿਸੀਜ਼ ਕੁਝ ਹੋਰ ਨੇ। ਠੀਕ ਹੈ, ਜਿਵੇਂ ਆਪਾਂ ਵਿਡੋ ਦੇ ਕੇਸ 'ਚ ਮੈਂ ਦੱਸ ਰਹੀ ਹਾਂ ਕਿ ਉਹਨੂੰ ਪੈਸਾ ਦੇ ਦਿੱਤਾ ਬਟ ਉਹਦੇ ਕੋਲ ਰਾਈਟ ਹੀ ਨਹੀਂ ਹੈ ਉਹ ਪੈਸਾ ਯੂਜ਼ ਕਰਨ ਦਾ। ਠੀਕ ਹੈ, ਉਹਦੇ 'ਚ ਇਹ ਹੈ ਕਿ ਅੱਗੇ ਉਹਦੇ ਜਿਵੇਂ ਮਨੂ ਕਹਿੰਦੇ ਆ, ਮਨੂ ਸਮ੍ਰਿਤੀ 'ਚ ਕਿ ਇੱਕ ਜਿਹੜੀ ਵਿਮਨ ਹੈ ਉਹ ਹਮੇਸ਼ਾ ਡਿਪੈਂਡੈਂਟ ਰਹਿੰਦੀ ਹੈ ਬਚਪਨ 'ਚ ਆਪਣੇ ਫਾਦਰ 'ਤੇ, ਮੈਰਿਜ ਤੋਂ ਬਾਅਦ ਆਪਣੇ ਹਸਬੈਂਡ 'ਤੇ ਜੇ ਹਸਬੈਂਡ ਦੀ ਡੈਥ ਹੋ ਜੇ ਤਾਂ ਆਪਣੇ ਬੇਟੇ 'ਤੇ ਡਿਪੈਂਡੈਂਟ ਰਹਿੰਦੀ ਹੈ। ਔਰ ਐਕਚੁਅਲ ਦੇ ਵਿੱਚ ਇਹ ਹੈ ਵੀ ਇਹ ਚੀਜ਼ ਆਪਾਂ ਅਦਰਵਾਈਜ਼ ਵੀ ਦੇਖਦੇ ਹਾਂ ਜੇ ਬਾਕੀ ਜਗ੍ਹਾ 'ਤੇ ਜਿਵੇਂ ਪਿੰਡਾਂ ਦੇ ਵਿੱਚ ਸਰਪੰਚ ਬਣ ਰਹੀਆਂ ਲੇਡੀਜ਼ ਬਟ ਉਹ ਕਰ ਕੌਣ ਰਿਹਾ ਕੰਮ, ਜਾਂ ਉਹਦਾ ਹਸਬੈਂਡ ਕਰ ਰਿਹਾ ਜਾਂ ਉਹਦਾ ਬੇਟਾ ਕਰ ਰਿਹਾ ਜੇ ਉਹ ਬਜ਼ੁਰਗ ਹੈ ਤਾਂ। ਸੇਮ ਇਸੇ ਕੇਸ ਦੇ ਵਿੱਚ ਵੀ ਇਹ ਕਿ ਜੇ ਉਹ ਸਹੁਰੇ ਕਰ ਰਹੀ ਹੈ ਤਾਂ ਉਹਦਾ ਸਹੁਰਾ ਪਰਿਵਾਰ ਜਿਹੜੇ ਉਹਦੇ ਸਹੁਰਾ ਸਾਹਿਬ ਨੇ ਉਹ, ਜਾਂ ਜੇ ਉਹਦੀ ਮੈਰਿਜ ਨਹੀਂ ਹੋਈ ਤਾਂ ਉਹਦਾ ਜੇਠ ਹੈ ਜਿਹੜਾ, ਠੀਕ ਹੈ, ਉਹ ਉਸ ਪੈਸੇ ਨੂੰ ਚਲਾ ਰਿਹਾ। ਸਿਰਫ ਉਹਦੇ ਜਿਵੇਂ ਮੈਂ ਦੱਸਿਆ ਕਿ ਸਿਗਨੇਚਰ ਵੈਲਿਊ ਹੈ, ਅਦਰਵਾਈਜ਼ ਉਹਦੀ ਕੋਈ ਰਿਸਪੈਕਟ ਨਹੀਂ ਬਹੁਤ ਜ਼ਿਆਦਾ ਵਧੀ ਫੈਮਿਲੀ 'ਚ ਉਸ ਪੈਸੇ ਨਾਲ। ਠੀਕ ਹੈ, ਜੇ ਮੈਰਿਜ ਹੋ ਗਈ ਹੈ ਤਾਂ ਬੇਟੇ ਹੈ, ਜੇ ਇਹ ਹਸਬੈਂਡ ਹੈ ਉਹ ਉਸਨੂੰ ਆਪਣੇ ਤਰੀਕੇ ਨਾਲ ਚਲਾ ਰਿਹਾ। ਮਤਲਬ ਪੈਸੇ ਨਾਲ ਉਹਨਾਂ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ ਹੈ। ਜਾਂ ਤਾਂ ਪੈਸਾ ਇਕੁਅਲੀ ਡਿਵਾਈਡ ਕਰਕੇ ਉਹਨੂੰ ਪੇਰੈਂਟਸ ਕੋਲ ਵੀ ਤੇ ਵਿਡੋ ਨੂੰ ਵੀ ਦੇਣਾ ਚਾਹੀਦਾ ਸੀ, ਪਲੱਸ ਉਹਦੇ ਰਾਈਟਸ ਉਹਨੂੰ ਇੰਨੇ ਮਿਲਣੇ ਚਾਹੀਦੇ, ਜਾਂ ਖੁਦ ਜਿਹੜੀਆਂ ਵਿਮਨ ਹੈ ਉਹਨੂੰ ਆਪਣੇ ਆਪ ਨੂੰ ਇੰਨਾ ਐਮਪਾਵਰ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਰਾਈਟਸ ਦੇ ਲਈ ਖੜੀ ਹੋ ਸਕੇ। ਤੁਹਾਡੀ ਗੱਲ ਮੈਂ ਸਮਝ ਗਿਆ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਉਹ ਵਿਮਨ ਜਿਹੜੀ ਆ ਉਹਨੂੰ ਆਪਣਾ ਆਪ ਪਛਾਣਨ ਦੀ ਲੋੜ ਹੈ। ਸਭ ਤੋਂ ਪਹਿਲਾਂ ਉਹ ਆਪਣਾ ਆਪ ਪਛਾਣੇਗੀ ਤਾਂ ਹੀ ਹੈ। ਹੁਣ ਜੇਕਰ ਮੰਨ ਲਓ ਕਿ ਸਰਕਾਰ ਨੇ ਤਾਂ ਉਹਨੂੰ ਪੈਸਾ ਵੀ ਦੇ ਦਿੱਤਾ, ਸਰਕਾਰ ਨੇ ਉਹਨੂੰ ਕਾਨੂੰਨ ਦੇ ਵਿੱਚ ਸ਼ਕਤੀਆਂ ਵੀ ਦੇ ਦਿੱਤੀਆਂ, ਪਰ ਇਹਦੇ ਬਾਵਜੂਦ ਵੀ ਨਾ ਤਾਂ ਉਹਨੂੰ ਪਰਿਵਾਰ ਸਪੋਰਟ ਕਰ ਰਿਹਾ, ਨਾ ਉਹਨੂੰ ਜਿਹੜਾ ਉਹਦੇ ਸਹੁਰੇ ਘਰ ਸਪੋਰਟ ਕਰ ਰਿਹਾ, ਨਾ ਉਹਨੂੰ ਸਮਾਜ ਸਪੋਰਟ ਕਰ ਰਿਹਾ, ਤਾਂ ਕਿੱਥੇ ਖੜੋਤ ਹੈ? ਖੜੋਤ ਹੈਗੀ ਆ ਆਪਣੇ ਆਪ ਦੇ ਵਿੱਚ। ਕਿਤੇ ਨਾ ਕਿਤੇ ਆਪਾ ਪਛਾਣਨ ਦੀ ਲੋੜ ਹੈ। ਸਮਾਜ ਕਾਨੂੰਨ ਜਿਹੜਾ ਉਹਦਾ ਸਾਥ ਜ਼ਰੂਰ ਦੇਗਾ, ਤੇ ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਆਪਾਂ ਕਿਉਂ ਨਹੀਂ ਪਛਾਣ ਰਹੀਆਂ? ਉਹਦਾ ਵੱਡਾ ਕਾਰਨ ਸਰ ਅਨਪੜ੍ਹਤਾ ਹੈ। ਹਾਂਜੀ, ਕਿਉਂਕਿ ਜਿਹੜਾ ਮੇਰੇ ਕੇਸ ਦੇ ਵਿੱਚ ਵੀ ਜਿੰਨੀਆਂ ਵੀ ਵਿਡੋ ਸੀ ਉਹ ਬਹੁਤ ਘੱਟ ਪੜ੍ਹੀਆਂ ਲਿਖੀਆਂ ਸੀ, 10ਵੀਂ 12ਵੀਂ ਤੱਕ ਪੜ੍ਹੀਆਂ ਹੋਈਆਂ ਸੀ। ਤਾਂ ਇੱਕ ਤਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਸਾਡੇ ਰਾਈਟਸ ਕੀ ਨੇ, ਦੂਸਰਾ ਉਹਨਾਂ ਦੇ ਵਿੱਚ ਜਿਵੇਂ ਉਹ ਘਰ ਤੋਂ ਬਾਹਰ ਨਿਕਲੀਆਂ ਨਹੀਂ, ਸਕੂਲ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਗਈਆਂ ਨਹੀਂ, ਤਾਂ ਉਹਨਾਂ ਨੂੰ ਉਹਨਾਂ 'ਚ ਇੰਨਾ ਕੌਨਫੀਡੈਂਸ ਹੀ ਨਹੀਂ ਹੈ ਕਿ ਆਪਣੇ ਰਾਈਟਸ ਦੇ ਲਈ ਖੜੇ ਹੋਈਏ। ਜੇ ਉਹ ਸਹੀ ਨੇ ਤਾਂ ਉਹ ਬੋਲ ਸਕਦੀਆਂ ਕਿ ਅਸੀਂ ਇੱਥੇ ਸਹੀ ਹਾਂ। ਈਵਨ ਤੁਸੀਂ ਦੇਖੋ ਜਦੋਂ ਉਹਨਾਂ ਦੀ ਇਸ ਚੀਜ਼ 'ਤੇ ਮੈਰਿਜ ਸਭ ਤੋਂ ਵੱਡਾ ਜਿਹੜਾ ਆਪਣੀ ਜ਼ਿੰਦਗੀ ਦਾ ਹਿੱਸਾ ਹੈ, ਜਦੋਂ ਉਸ ਚੀਜ਼ 'ਤੇ ਵੀ ਨਹੀਂ ਉਹ ਬੋਲ ਪਾਈਆਂ, ਉਹ ਵੀ ਉਸ ਟਾਈਮ 'ਤੇ ਜਦੋਂ ਉਹਨਾਂ ਨੂੰ ਭੋਗ 'ਤੇ ਜਦੋਂ ਬਹੁਤ ਜ਼ਿਆਦਾ ਇਮੋਸ਼ਨਲੀ ਇਨਸਿਕਿਉਰ ਨੇ, ਉਸ ਟਾਈਮ ਵੀ ਨਹੀਂ ਉਹ ਬੋਲ ਪਾਈਆਂ ਹੈਗੀਆਂ ਕਿ ਹਾਂ ਜੀ ਅਸੀਂ ਮੈਰਿਜ ਨਹੀਂ ਕਰਵਾਉਣਾ ਚਾਹੁੰਦੇ। ਇੰਨਾ ਵੀ ਰਾਈਟ ਨਹੀਂ ਹੈ ਐਕਚੁਅਲ ਦੇ ਵਿੱਚ, ਗਰਾਊਂਡ ਰਿਐਲਿਟੀਜ਼ ਦੀ ਜੇ ਗੱਲ ਕਰੀਏ ਤਾਂ ਇੰਨਾ ਵੀ ਰਾਈਟ ਨਹੀਂ ਹੈ ਕਿ ਅਸੀਂ ਮੈਰਿਜ ਕਿਸੇ ਨਾਲ ਕਰਵਾਉਣੀ ਹੈ ਜਾਂ ਨਹੀਂ ਕਰਵਾਉਣੀ, ਜਾਂ ਅਸੀਂ ਬੀਇੰਗ ਵਿਡੋ ਹੀ ਸੁਸਾਇਟੀ ਦੇ ਵਿੱਚ ਐਂ ਹੀ ਰਹਿਣਾ। ਠੀਕ ਹੈ, ਪਰ ਉਹਨਾਂ ਨੂੰ ਪਛਾਣਨ ਦੀ ਲੋੜ ਹੈ, ਆਪਣੇ ਰਾਈਟਸ ਨੂੰ ਪਛਾਣਨ ਦੀ ਲੋੜ ਹੈ, ਆਪਣੇ ਆਪ ਨੂੰ ਸੁਚੇਤ ਕਰਨ ਦੀ ਲੋੜ ਹੈ ਕਿ ਆਪਣੇ ਹੱਕਾਂ ਨੂੰ ਪਛਾਣਿਆ ਜਾਏ ਤੇ ਉਹਨਾਂ 'ਤੇ ਖੜਿਆ ਜਾਏ। ਡਾਕਟਰ ਸਾਹਿਬ ਇੱਕ ਚੀਜ਼ ਤਾਂ ਹੋਰ ਹੈ ਨਾ ਕਿ ਤੁਸੀਂ ਇਹ ਦੱਸਿਆ ਵੀ ਮੈਂ ਫੌਜ ਦੇ ਸੀਨੀਅਰ ਆਫੀਸਰਸ ਨੂੰ ਮਿਲੀ ਹਾਂ, JCOs ਦੇ ਨਾਲ ਤਕਰੀਬਨ ਤੁਹਾਡਾ ਰਾਬਤਾ ਰਿਹਾ। JCO ਜਨਰਲ ਆਫੀਸਰ ਇਨ ਕਮਾਂਡ ਹੁੰਦਾ, ਜਿਹਦੇ ਅੰਦਰ ਸਾਰਾ ਜਿਹੜਾ ਯੂਨਿਟ ਕੰਮ ਕਰ ਰਿਹਾ ਹੁੰਦਾ, ਪਰ ਪੈਸਾ ਜਿਹੜਾ ਉਹ ਦੇ ਦਿੱਤਾ ਜਾਂਦਾ ਵਾਰ ਵਿਡੋਜ਼ ਨੂੰ, ਉਸ ਨੂੰ ਪਾਵਰਾਂ ਵੀ ਦੇ ਦਿੱਤੀਆਂ ਗਈਆਂ, ਉਸ ਨੂੰ ਆਪਾ ਪਛਾਣਨ ਦੀ ਗੱਲ ਜਿਹੜੀ ਆ ਜਾਂਦੀ ਹੈ। ਆਪਾਂ ਨਹੀਂ ਪਛਾਣ ਪਾ ਰਹੀ। ਸਮਾਜ ਇੱਕ ਭੁੱਖੇ ਭੇੜੀਏ ਵਾਂਗੂ ਉਹਦੇ ਪੈਸੇ 'ਤੇ ਝਪਟ ਪੈਂਦਾ, ਉਸਦੇ ਰਿਸ਼ਤਿਆਂ ਨੂੰ ਵਿਗਾੜ ਦਿੱਤਾ ਜਾਂਦਾ, ਉਸਨੂੰ ਜਿਹੜਾ ਉਸਦੀ ਆਪਣੀ ਹੋਂਦ ਖਤਮ ਕਰ ਦਿੱਤੀ ਜਾਂਦੀ ਹੈ। ਫਿਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਫੌਜ ਦੇ ਸੀਨੀਅਰ ਆਫੀਸਰ ਹੁੰਦੇ ਨੇ ਉਹ ਕਿਉਂ ਚੁੱਪ ਰਹਿੰਦੇ ਨੇ? ਉਹ ਕਿਉਂ ਨਹੀਂ ਦੇਖਦੇ ਪਿੱਛੇ ਜਾ ਕੇ ਵੀ ਉਹਨਾਂ ਪਰਿਵਾਰਾਂ ਦਾ ਕੀ ਹਾਲਾਤ ਹੋਏ? ਕਿਉਂ ਨਹੀਂ ਉਹਨਾਂ ਨੂੰ ਐਜੂਕੇਟ ਕਰਦੇ ਜਾ ਕੇ ਵੀ ਹਾਂ ਇਹ ਤੁਹਾਡਾ ਰਾਈਟ ਇਹ ਹੈ, ਜੇ ਤੁਹਾਨੂੰ ਕੋਈ ਤੰਗ ਕਰਦਾ ਤਾਂ ਅਸੀਂ ਬੈਠੇ ਹਾਂ, ਸਾਡੇ ਨਾਲ ਗੱਲ ਕਰੋ। ਸਾਡਾ ਫੌਜੀ ਸੀ, ਸਾਡੇ ਕਰਕੇ ਦੇਸ਼ ਦੇ ਵਿੱਚ ਜਿਹੜਾ ਸਾਡੇ ਦੇਸ਼ ਕਰਕੇ ਸ਼ਹੀਦ ਹੋਇਆ, ਸਾਡੇ ਨਾਲ ਦੇ ਬੰਦੇ ਨੇ, ਜੇ ਅੱਜ ਤੁਹਾਡੇ ਨਾਲ ਹੋ ਰਿਹਾ ਕੱਲ੍ਹ ਨੂੰ ਸਾਡੇ ਨਾਲ ਵੀ ਹੋ ਜਾ। ਕਿਉਂ ਨਹੀਂ ਉਹ ਜਿਹੜੇ ਫੌਜ ਦੇ ਸੀਨੀਅਰ ਆਫੀਸਰ ਨੇ ਉਹ ਜਾ ਕੇ ਵਾਰ ਵਿਡੋਜ਼ ਦੀ ਜਿਹੜੀ ਸਾਰ ਲੈਂਦੇ ਨੇ? ਉਸ ਟਾਈਮ 'ਤੇ ਹੀ ਸਿਰਫ ਉਹਨਾਂ ਬਾਰੇ ਨਿਊਜ਼ ਚੈਨਲ 'ਚ ਨਿਊਜ਼ਪੇਪਰ 'ਚ ਆਉਂਦਾ, ਉਸ ਤੋਂ ਬਾਅਦ ਉਹਨਾਂ ਬਾਰੇ ਕੋਈ ਵੀ ਉਹਨਾਂ ਦੀ ਖਬਰਸਾਰ ਨਹੀਂ ਲੈਂਦਾ। ਈਵਨ 99 ਤੋਂ ਬਾਅਦ ਹੁਣ ਤੱਕ ਵੀ ਮੈਂ ਦੱਸਿਆ ਕਿ ਮੇਰਾ ਰਾਬਤਾ ਰਹਿੰਦਾ ਹੈ ਸਾਰੀਆਂ ਵਿਡੋਜ਼ ਦੇ ਨਾਲ, ਤਾਂ ਉਹਨਾਂ ਨੂੰ ਕਹਿੰਦੇ ਕਿ ਸਿਰਫ ਸਾਨੂੰ ਉਸ ਟਾਈਮ ਹੀ ਯਾਦ ਕੀਤਾ ਗਿਆ ਸੀ, TV 'ਤੇ ਦਿਖਾਇਆ ਗਿਆ ਸੀ, ਨਿਊਜ਼ਪੇਪਰ 'ਤੇ ਦਿਖਾਇਆ ਗਿਆ ਸੀ, ਉਸ ਤੋਂ ਬਾਅਦ ਕਿਸੇ ਨੇ ਵੀ ਉਹਨਾਂ ਦੀ ਬਾਂਹ ਨਹੀਂ ਫੜੀ ਆ ਕੇ ਹੈ।
ਠੀਕ ਹੈ, ਕਿ ਅਸੀਂ ਤੁਹਾਨੂੰ, ਠੀਕ ਹੈ ਜੀ, ਜੇ ਤੁਹਾਡੇ ਹਸਬੈਂਡ ਸ਼ਹੀਦ ਹੋਏ ਸੀ ਤਾਂ ਅਸੀਂ ਤੁਹਾਨੂੰ ਸਪੋਰਟ ਕਰਨੇ ਆ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਨਾ, ਆਰਮੀ ਵਾਲਿਆਂ ਨੂੰ ਵੀ ਪਤਾ ਹੈ ਕਿ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀਆਂ ਜਿਹੜੀਆਂ ਵਾਈਫਸ ਨੇ ਉਸ ਟਾਈਮ ਤਾਂ ਉਹਨਾਂ ਨੂੰ ਆਏ ਸੀ ਉਹਨਾਂ ਦੇ ਘਰਾਂ ਵਿੱਚ ਕਿ ਉਹ ਬਹੁਤ ਪੜ੍ਹੀਆਂ ਲਿਖੀਆਂ ਨਹੀਂ ਹੈਗੀਆਂ, ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਸਪੋਰਟ ਨਹੀਂ ਕੀਤਾ ਗਿਆ ਹੈਗਾ। ਉਹਨਾਂ ਵੱਲੋਂ ਵੀ ਘਾਟ ਹੈ ਕਿ ਔਰ ਵਿਡੋਜ਼ ਕੋਲ ਇੰਨੀ ਅਥਾਰਟੀ ਨਹੀਂ ਹੈਗੀ ਕਿ ਉਹ ਘਰੋਂ ਇਕੱਲੀਆਂ ਨਿਕਲ ਜਾਣ ਤੇ JCOs ਨੂੰ ਜਾ ਕੇ ਆਪਣੀਆਂ, ਜਾਂ ਆਰਮੀ ਦੇ ਵਿੱਚ ਜਾ ਕੇ ਆਪਣੀਆਂ ਪ੍ਰੋਬਲਮਸ ਦੱਸ ਸਕਣ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਬੰਦਾ ਫੌਜ 'ਚ ਗਿਆ, ਉੱਥੇ ਸ਼ਹੀਦ ਹੋਇਆ, ਉਹਨਾਂ ਨੇ ਪੈਸਾ ਦਿੱਤਾ ਤੇ ਗੱਲ ਖਤਮ ਹੋ ਗਈ। ਮੁੜ ਕੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਕਿ ਸਾਡਾ ਕੀ ਹੈ। ਫਿਰ ਉਹ ਇੱਕ ਇੱਥੇ ਸਵਾਲ ਇੱਥੇ ਪੈਦਾ ਹੁੰਦਾ ਕਿ ਫਿਰ ਕੋਈ ਆਪਣਾ ਬੱਚਾ ਫੌਜ 'ਚ ਕਿਉਂ ਭੇਜੇ। ਸਰ ਇਹ ਜਜ਼ਬਾ ਹੈ ਜੀ ਆਪਣੀ ਕੌਮ ਦਾ, ਜਾਂ ਮੈਂ ਇਹ ਵੀ ਕਹਾਂਗੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਆਪਾਂ ਨੂੰ ਇਹ ਉਹਨਾਂ ਵੱਲੋਂ ਵੀ ਇਹ ਸ਼ਕਤੀ ਮਿਲੀ ਹੋਈ ਆ, ਉਹਨਾਂ ਦੀ ਸੋਚ ਦੇ ਆਪਾਂ ਅੱਜ ਵੀ ਪਹਿਰਾ ਦੇ ਰਹੇ ਹਾਂ। ਅਤੇ ਉਹ ਬੱਚਿਆਂ 'ਚ, ਪੰਜਾਬ ਦੇ ਯੂਥ 'ਚ ਅੱਜ ਵੀ ਜਿਹੜੇ ਪੜ੍ਹੇ ਲਿਖੇ ਬੱਚੇ ਹੈ, ਅੱਗੋਂ ਪੜ੍ਹ ਰਹੇ ਆ, ਉਹਨਾਂ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਅਸੀਂ ਆਪਣੀ ਕੌਮ ਦੇ ਲਈ, ਅਸੀਂ ਆਪਣੇ ਦੇਸ਼ ਦੇ ਲਈ ਕੁਛ ਕਰਨਾ ਹੈ। ਦੂਸਰਾ, ਉਹ ਵਿਡੋਜ਼ ਵੀ ਜਿੰਨੀਆਂ ਵੀ ਮੇਰੇ ਨਾਲ ਹੁਣ ਵੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਭੇਜਣਾ ਉਸ ਦੇ ਵਿੱਚ, ਮਤਲਬ ਉਹ ਹੁਣ ਵੀ ਸੋਚਦੇ ਆ ਕਿ ਅਸੀਂ ਦੇਸ਼ ਦੀ ਸੇਵਾ ਕਰਨੀ ਹੈ। ਪਰ ਅੱਗੇ ਵੱਲੋਂ ਉਹਨਾਂ ਨੂੰ ਜਿਹੜਾ ਰਿਸਪੌਂਸ ਮਿਲਣਾ ਚਾਹੀਦਾ ਸਰਕਾਰਾਂ ਵੱਲੋਂ ਜਾਂ ਆਰਮੀ ਵੱਲੋਂ, ਉਹ ਉਹਨਾਂ ਨੂੰ ਨਹੀਂ ਮਿਲਦਾ ਹੈਗਾ। ਡਾਕਟਰ ਸਾਹਿਬ, ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨਾਲ ਇੰਨੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ, ਆਪਣੀ ਇੰਨੀ ਖੋਜ ਜਿਹੜੀ ਹੈ ਉਹ ਉਹਨਾਂ ਤੱਕ ਪਹੁੰਚਾਈ ਤੇ ਆਪਣਾ ਇਹ ਦੱਸਿਆ ਕਿ ਕਿੱਥੇ ਖੜੋਤ ਹੈ, ਕਿੱਥੇ ਸੁਧਾਰ ਕਰਨ ਦੀ ਲੋੜ ਹੈ, ਤੇ ਉਹਨਾਂ ਦੀਆਂ ਜਿਹੜੀਆਂ ਤਰਾਸਦੀਆਂ ਨੇ ਉਹ ਵੀ ਤੁਸੀਂ ਦਰਸ਼ਕਾਂ ਦੇ ਰੂਬਰੂ ਕੀਤੀਆਂ, ਤਾਂ ਕਿ ਸਮਾਜ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਕਿੱਸੇ ਤੁਹਾਡੇ ਕੋਲ ਸਾਹਮਣੇ ਆਉਂਦੇ ਨੇ ਤਾਂ ਆਪਾਂ ਉਹਨਾਂ ਤੋਂ ਕੁਝ ਸਿੱਖਿਆ ਲੈ ਸਕੀਏ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਸਰ। ਤੁਸੀਂ, ਮੈਂ ਨਿਊਜ਼ ਏਸ਼ੀਆ ਦਾ ਬਹੁਤ ਧੰਨਵਾਦ ਕਰਦੀ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਟਾਈਮ ਦਿੱਤਾ। ਥੈਂਕ ਯੂ, ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਨਵਸ਼ਗਨਦੀਪ ਕੌਰ, ਜਿਹੜੇ ਕਿ ਸੋਸ਼ੀਓਲੋਜੀ ਡਿਪਾਰਟਮੈਂਟ ਦੇ ਹੈੱਡ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਅੰਦਰ, ਅਤੇ ਇਹਨਾਂ ਨੇ PhD ਕੀਤੀ ਹੈ ਇਸੇ ਵਿਸ਼ੇ ਦੇ ਉੱਤੇ, ਜਿਸ ਵਿਸ਼ੇ ਦੇ ਉੱਤੇ ਅੱਜ ਆਪਾਂ ਨੇ ਗੱਲ ਕੀਤੀ ਹੈ, ਕਾਰਗਿਲ ਵਾਰ ਵਿਡੋਜ਼ ਦੇ ਉੱਤੇ, ਕਾਰਗਿਲ ਦੀਆਂ ਸ਼ਹੀਦ ਵਿਧਵਾਵਾਂ ਦੇ ਉੱਤੇ। ਅਤੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਕੇਸ ਹਿਸਟਰੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਇਹਨਾਂ ਨੇ ਪੇਸ਼ ਕੀਤੀਆਂ, ਜਿਹਦੇ ਵਿੱਚ ਬੜਾ ਵੱਡੀ ਤਰਾਸਦੀ ਹੋਈ ਹੈ, ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਸਰਕਾਰ ਪੈਸਾ ਦਿੰਦੀ ਹੈ। ਜਦੋਂ ਪੈਸਾ ਵਾਰ ਵਿਡੋਜ਼ ਦੇ ਕੋਲ ਪਹੁੰਚ ਜਾਂਦਾ ਹੈ, ਜਿਹੜਾ ਪਰਿਵਾਰ, ਸਹੁਰਾ ਪਰਿਵਾਰ ਉਹਨਾਂ ਨੂੰ ਪਹਿਲਾਂ ਰੱਖਣ ਨੂੰ ਤਿਆਰ ਨਹੀਂ ਹੁੰਦਾ, ਜਿਹੜਾ ਪੇਕਾ ਪਰਿਵਾਰ ਪਹਿਲਾਂ ਉਹਨਾਂ ਨੂੰ ਰੱਖਣ ਨੂੰ ਤਿਆਰ ਨਹੀਂ ਹੁੰਦਾ, ਉਹੀ ਪੈਸਾ ਆਉਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਸਹੁਰਾ ਪਰਿਵਾਰ ਆਪਣੇ ਵੱਲ ਖਿੱਚਦਾ ਅਤੇ ਪੇਕਾ ਪਰਿਵਾਰ ਆਪਣੇ ਵੱਲ ਖਿੱਚਦਾ ਹੈ। ਅਤੇ ਹਾਲਾਤ ਇੱਥੋਂ ਤੱਕ ਮਾੜੇ ਹੋ ਜਾਂਦੇ ਨੇ ਕਿ ਸਹੁਰੇ ਪਰਿਵਾਰ ਦੇ ਵਿੱਚ ਇੱਕ ਵਿਆਹੇ ਹੋਏ ਬੰਦੇ ਦੇ ਨਾਲ ਉਸ ਦਾ ਦੁਬਾਰਾ ਵਿਆਹ ਕਰ ਦਿੱਤਾ ਜਾਂਦਾ ਅਤੇ ਉਸ ਨੂੰ ਆਪਣੇ ਇੱਕ ਅਜਿਹੇ ਬੰਦੇ ਦੇ ਨਾਲ ਵਿਆਹ ਕਰਕੇ ਸਾਰੀ ਜ਼ਿੰਦਗੀ ਬਿਤਾਉਣੀ ਪੈ ਜਾਂਦੀ ਹੈ, ਜਿਸ ਨੂੰ ਨਾ ਤਾਂ ਉਹ ਪਸੰਦ ਕਰਦੀ ਹੁੰਦੀ ਹੈ ਅਤੇ ਨਾ ਹੀ ਜਿਹੜਾ ਉਹ ਸਮਾਜਿਕ ਤੌਰ ਦੇ ਉੱਤੇ ਉਸ ਦਾ ਜਿਹੜਾ ਮਨ ਹੈ ਉਹ ਆਗਿਆ ਦਿੰਦਾ ਹੁੰਦਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।